ਸੋ ਜੋਗਿੰਦਰ ਸੰਧੂ ਜੀ, ਹੁਣ ਪੰਜਾਬ ਦੇ ਵਿੱਚ ਚੋਣਾਂ ਪੋਸਟਪੋਨ ਹੋ ਗਈਆਂ ਜੀ, ਹੁਣ 14 ਨੂੰ ਨਹੀਂ 20 ਤਰੀਕ ਨੂੰ ਪੈਣਗੀਆਂ ਵੋਟਾਂ। ਹਾਂਜੀ ਵਾਸੂ ਜੀ, ਇਹ ਕੁਛ ਤਬਦੀਲੀ ਕੀਤੀ ਹੈ ਚੋਣ ਕਮਿਸ਼ਨ ਨੇ, ਕਿਉਂਕਿ ਸਾਰੀਆਂ ਪਾਰਟੀਆਂ ਵੱਲੋਂ ਲਗਭਗ ਇਸ ਤਰ੍ਹਾਂ ਦੀ ਮੰਗ ਕੀਤੀ ਗਈ ਸੀ। ਸਭ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨੇ ਇਹ ਗੱਲ ਉਠਾਈ ਸੀ ਕਿ 14 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ 16 ਤਰੀਕ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਯੰਤੀ ਹੈ ਜੀ, ਔਰ ਉਹਦੇ ਵਾਸਤੇ ਪੰਜਾਬ ਦੇ ਵਿੱਚੋਂ ਲੱਖਾਂ ਸ਼ਰਧਾਲੂ ਜਿਹੜੇ ਨੇ ਉਹ ਯੂਪੀ ਵਿੱਚ ਜਾਂਦੇ ਨੇ, ਜਿੱਥੇ ਉਹਨਾਂ ਦਾ ਜਨਮ ਸਥਾਨ ਹੈ ਵਾਰਾਣਸੀ ਦੇ ਵਿੱਚ ਜੀ। ਇਸ ਕਰਕੇ ਉਹਨਾਂ ਦਾ ਇਹ ਕਹਿਣਾ ਸੀ, ਦਲੀਲ ਇਹ ਦਿੱਤੀ ਗਈ ਸੀ ਕਿ ਜੇ ਉਹ ਉੱਥੇ ਚਲੇ ਜਾਣਗੇ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਤੇ ਉਹ ਉੱਥੋਂ 16 ਤਰੀਕ ਨੂੰ ਜਨਮ ਦਿਨ ਹੈ ਉਹ ਮਨਾ ਕੇ ਵਾਪਸ ਕਦੋਂ ਆਣਗੇ ਤੇ ਵੋਟ ਪਾ ਕੇ ਵੀ ਨਹੀਂ ਜਾ ਸਕਦੇ, ਆ ਕੇ ਵੀ ਨਹੀਂ ਪਾ ਸਕਦੇ। ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੋਟਾਂ ਪਾਉਣ ਤੋਂ ਰਹਿ ਜਾਣਗੇ। 32% ਦੇ ਕਰੀਬ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਦਲਿਤ ਆਬਾਦੀ ਹੈ, ਔਰ ਇਹ ਵੀ ਕਿਹਾ ਜਾਂਦਾ, ਇੱਕ ਅੰਦਾਜ਼ਾ ਲਾਇਆ ਗਿਆ ਕਿ 20 ਲੱਖ ਦੇ ਕਰੀਬ ਲੋਕ ਹਰ ਸਾਲ ਇਸ ਸ਼ੁਭ ਦਿਹਾੜੇ ਦੇ ਉੱਤੇ ਵਾਰਾਣਸੀ ਵਿੱਚ ਜਾਂਦੇ ਨੇ। ਇਸ ਕਰਕੇ ਇਹ ਮੰਗ ਉਠਾਈ ਗਈ ਸੀ ਬਹੁਜਨ ਸਮਾਜ ਪਾਰਟੀ ਵੱਲੋਂ। ਬਾਅਦ ਵਿੱਚ ਬਾਕੀ ਪਾਰਟੀਆਂ ਨੇ ਵੀ ਇਸ ਕਰਕੇ ਸਮਰਥਨ ਕੀਤਾ, ਇਹਦੀ ਹਮਾਇਤ ਕੀਤੀ ਕਿ ਇਹਦੇ ਨਾਲ ਜਿਹੜੀ ਇੱਕ ਵੱਡੀ ਆਬਾਦੀ ਹੈ ਵੋਟਰਾਂ ਦੀ ਉਹ ਨਾਰਾਜ਼ ਨਾ ਹੋ ਜਾਵੇ ਸਾਡੇ ਨਾਲ ਜੇ ਅਸੀਂ ਇਸ ਚੀਜ਼ ਦੀ ਹਮਾਇਤ ਨਹੀਂ ਕਰਾਂਗੇ। ਇਸ ਕਰਕੇ ਸਾਰਿਆਂ ਨੇ ਹਮਾਇਤ ਕੀਤੀ। ਉਹਦੇ ਤੋਂ ਬਾਅਦ ਫਿਰ ਚੋਣ ਕਮਿਸ਼ਨ ਨੇ ਲਗਭਗ ਸਾਰਾ ਹੀ ਪ੍ਰੋਗਰਾਮ ਜਿਹੜਾ ਉਹ ਤਬਦੀਲ ਕਰ ਦਿੱਤਾ ਹੈ। ਹੁਣ ਨੋਟੀਫਿਕੇਸ਼ਨ 25 ਤਰੀਕ ਨੂੰ ਜਾਰੀ ਹੋਏਗਾ। ਨਾਮਜ਼ਦਗੀਆਂ ਦੀ ਆਖਰੀ ਤਰੀਕ 1 ਫਰਵਰੀ ਤੱਕ ਚਲੀ ਗਈ ਹੈ। ਪੋਲਿੰਗ 20 ਫਰਵਰੀ ਨੂੰ ਹੋਏਗੀ ਤੇ ਰਿਜ਼ਲਟ ਜਿਹੜੇ ਨੇ ਉਹ 10 ਮਾਰਚ ਨੂੰ ਹੀ ਆਉਣਗੇ। ਇਹ ਅਦਲਾ ਬਦਲੀ ਜਿਹੜੀ ਆ ਉਹ ਇਸ ਕਰਕੇ ਕੀਤੀ ਗਈ ਆ। ਮੇਰਾ ਖਿਆਲ ਹੈ ਪਹਿਲੀ ਵਾਰ ਹੈ ਇਤਿਹਾਸ ਦੇ ਵਿੱਚ ਕਿ ਕੋਈ ਇਸ ਤਰ੍ਹਾਂ ਦੇ ਸਬੱਬ ਕਾਰਨ, ਇਸ ਤਰ੍ਹਾਂ ਦੇ ਧਾਰਮਿਕ ਆਯੋਜਨ ਕਾਰਨ ਜਿਹੜਾ ਕੇਂਦਰ ਦਾ ਚੋਣ ਕਮਿਸ਼ਨ ਆ ਉਹਨੂੰ ਪੋਲਿੰਗ ਦੀਆਂ ਤਰੀਕਾਂ ਅੱਗੇ ਪਿੱਛੇ ਕਰਨੀਆਂ ਪਈਆਂ ਹੋਣ। ਤੇ ਸੰਧੂ ਸਾਹਿਬ, ਅੱਜ ਆਮ ਆਦਮੀ ਪਾਰਟੀ ਵੱਲੋਂ ਐਕਸਪੈਕਟ ਕੀਤਾ ਜਾ ਰਿਹਾ ਕਿ ਆਪਣਾ CM ਦਾ ਕੈਂਡੀਡੇਟ ਵੀ ਦੱਸਿਆ ਜਾਏਗਾ, ਕੌਣ ਹੋਏਗਾ? ਬਿਲਕੁਲ ਜੀ, ਇਹ ਐਲਾਨ ਕਰ ਚੁੱਕੇ ਨੇ ਕਿ ਅਸੀਂ ਮੰਗਲਵਾਰ ਨੂੰ ਅੱਜ ਜਿਹੜੇ ਕਨਵੀਨਰ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਉਹ ਪੰਜਾਬ ਆ ਰਹੇ ਨੇ ਫਿਰ। ਔਰ ਪਿਛਲੇ ਕੁਝ ਦਿਨਾਂ ਤੋਂ ਇਸ ਸੰਬੰਧ ਦੇ ਵਿੱਚ ਕਾਫੀ ਚਰਚਾ ਚੱਲ ਰਹੀ ਸੀ। ਹਾਲਾਂਕਿ ਚਰਚਾ ਤਾਂ ਉਦੋਂ ਤੋਂ ਚੱਲ ਰਹੀ ਹੈ ਜਦੋਂ ਤੋਂ ਚੋਣਾਂ ਦੀ ਘੁਸਰ-ਮੁਸਰ ਜਿਹੜੀ ਸ਼ੁਰੂ ਹੋਈ ਹੈ। ਅਰਵਿੰਦ ਕੇਜਰੀਵਾਲ ਇਹ ਗੱਲ ਪਹਿਲਾਂ ਕਹਿ ਚੁੱਕੇ ਸੀ ਕਿ ਇਸ ਵਾਰੀ ਜਿਹੜਾ CM ਦਾ ਫੇਸ ਹੈ ਉਹ ਪੰਜਾਬ ਦੇ ਵਿੱਚੋਂ ਹੋਏਗਾ, ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਹੋਏਗਾ, ਸਾਰੇ ਲੋਕਾਂ ਦਾ ਹਰਮਨ ਪਿਆਰਾ ਹੋਏਗਾ। ਔਰ ਫਿਰ ਉਹ ਇਸ ਗੱਲ ਨੂੰ ਅੱਗੇ ਟਾਲਦੇ ਆ ਰਹੇ ਕਿਉਂਕਿ ਭਗਵੰਤ ਮਾਨ ਜਿਹੜੇ ਨੇ ਉਹ ਪਹਿਲਾਂ ਇਸ ਗੱਲ ਲਈ ਉਤਸੁਕ ਸੀ ਕਿ ਉਹਨਾਂ ਨੂੰ ਐਲਾਨਿਆ ਜਾਵੇ ਚਿਹਰਾ। ਪਰ ਉਹਨਾਂ ਨੂੰ ਚਿਹਰਾ ਜਦੋਂ ਨਹੀਂ ਸੀ ਵਿੱਚੋਂ ਜੇ ਇੱਕ ਵਾਰੀ ਐਲਾਨਿਆ ਗਿਆ ਤਾਂ ਵਾਸੂ ਜੀ ਭਗਵੰਤ ਮਾਨ ਥੋੜਾ ਚਿਰ ਜਿਹੜੇ ਨਾ ਪਾਰਟੀ ਤੋਂ ਕਿਨਾਰੇ ਹੋ ਕੇ ਵੀ ਚੱਲਦੇ ਰਹੇ, ਕੇਜਰੀਵਾਲ ਦੇ ਨਾਲ ਚੁੱਪ ਜੇ ਰਹੇ, ਵੱਟੇ ਜੇ ਰਹੇ। ਫਿਰ ਉਸ ਤੋਂ ਬਾਅਦ ਕਿਤੇ ਇਹਨਾਂ ਦੀ ਆਪਸ ਵਿੱਚ ਅੰਡਰਸਟੈਂਡਿੰਗ ਬਣ ਗਈ ਜਾਂ ਕੋਈ ਗੱਲਬਾਤ ਹੋ ਗਈ, ਕਿਉਂਕਿ ਪਹਿਲਾਂ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਵੀ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਵਿੱਚ ਇਹ ਚਰਚਾ ਵੀ ਚੱਲੀ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਬਲਬੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਵੇਗੀ, ਪਰ ਉਹਨਾਂ ਦਾ ਟਾਈ ਅਪ ਜਿਹੜਾ ਸੀ ਉਹ ਸਿਰੇ ਨਹੀਂ ਚੜਿਆ। ਕਿਸਾਨ ਪਾਰਟੀਆਂ ਨੇ ਆਪਣੇ ਤੌਰ ਤੇ ਚੋਣ ਲੜਨ ਦਾ ਫੈਸਲਾ ਕੀਤਾ। ਫਿਰ ਆਮ ਆਦਮੀ ਪਾਰਟੀ ਜਿਹੜੀ ਸੀ ਉਹ ਇਕੱਲੀ ਰਹਿ ਗਈ ਆਪਣੇ ਬਲਬੂਤੇ ਉੱਤੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਇਸ ਗੱਲ ਦੇ ਉੱਤੇ ਵਿਚਾਰ ਕੀਤਾ ਕਿ ਸਾਨੂੰ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਉਹ ਐਲਾਨਣਾ ਪੈਣਾ ਜੀ। ਪਿਛਲੇ ਦਿਨੀ ਕੇਜਰੀਵਾਲ ਸਾਹਿਬ ਜਦੋਂ ਮੋਹਾਲੀ 'ਚ ਆਏ ਸੀ ਤਾਂ ਉਹਨਾਂ ਨੇ ਉੱਥੇ ਆ ਕੇ ਇੱਕ ਗੱਲ ਕੀਤੀ ਸੀ ਬੋਲਦਿਆਂ ਹੋਇਆ ਕਿ ਅਸੀਂ ਲਗਭਗ ਭਗਵੰਤ ਮਾਨ ਦਾ ਨਾਂ ਤੈਅ ਕਰ ਲਿਆ, ਅਸੀਂ ਉਹਨਾਂ ਦਾ ਨਾਂ ਦਾ ਐਲਾਨ ਕਰਨ ਵਾਲੇ ਸੀ। ਪਰ ਭਗਵੰਤ ਮਾਨ ਨੇ ਖੁਦ ਕਿਹਾ ਕਿ ਹਰ ਵਾਰੀ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੈ ਨਾ ਉਹ ਲੋਕਾਂ ਦੇ ਉੱਤੇ ਠੋਸਿਆ ਜਾਂਦਾ ਹੈ। ਠੋਸਿਆ ਨਹੀਂ ਜਾਣਾ ਚਾਹੀਦਾ। ਆਪਾਂ ਲੋਕਾਂ ਦੀ ਰਾਏ ਲਈਏ ਕਿ ਲੋਕ ਕਿਹਨੂੰ ਪਸੰਦ ਕਰਦੇ ਆ, ਕਿਹਨੂੰ ਚਾਹੁੰਦੇ ਆ ਕਿ ਉਹਨਾਂ ਦਾ ਮੁੱਖ ਮੰਤਰੀ ਦਾ ਚਿਹਰਾ ਹੋਵੇ। ਇਸ ਗੱਲ ਵਾਸਤੇ ਇੱਕ ਫੋਨ ਨੰਬਰ ਜਾਰੀ ਕੀਤਾ ਗਿਆ। ਲੋਕਾਂ ਨੇ WhatsApp ਤੇ ਮੈਸੇਜ ਕੀਤੇ, SMS ਕੀਤੇ, ਫੋਨ ਕਾਲਾਂ ਵੀ ਕੀਤੀਆਂ। ਔਰ ਕੱਲ 17 ਤਰੀਕ 5 ਵਜੇ ਸ਼ਾਮ ਤੱਕ ਉਹ ਫੋਨ ਨੰਬਰ ਜਿਹੜਾ ਉਹ ਖੁੱਲ੍ਹਾ ਸੀ। ਔਰ ਵਾਸੂ ਜੀ ਉਦੋਂ ਤੱਕ ਕਿਹਾ ਜਾ ਰਿਹਾ ਕਿ 22 ਲੱਖ ਦੇ ਕਰੀਬ ਲੋਕਾਂ ਨੇ ਪਾਰਟੀ ਤੱਕ ਅਪਰੋਚ ਕੀਤੀ ਹੈ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਕਿ ਤੁਸੀਂ ਕਿਸ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਓ। ਉਹ ਡਾਟਾ ਸਾਰਾ ਜਿਹੜਾ ਉਹ ਵੀ ਪਾਰਟੀ ਦੇ ਕੋਲ ਹੈ। ਪਾਰਟੀ ਨੇ 2 ਮਕਸਦ ਹੱਲ ਕਰ ਲਏ ਨੇ। ਇੱਕ ਲੋਕਾਂ ਦੀ ਰਾਏ ਵੀ ਜਾਣ ਲਈ ਹੈ, ਇੱਕ ਲੋਕਾਂ ਨੂੰ ਇਹ ਵੀ ਦੱਸ ਦਿੱਤਾ ਕਿ ਅਸੀਂ ਵੇਖੋ ਤੁਹਾਨੂੰ ਪੁੱਛ ਕੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲੱਗੇ ਹਾਂ। ਤੀਜੀ ਗੱਲ ਇਹ ਕਿ ਇੰਨੇ ਜ਼ਿਆਦਾ ਮੋਬਾਈਲ ਨੰਬਰ 22 ਲੱਖ ਦੇ ਕਰੀਬ ਮੋਬਾਈਲ ਨੰਬਰ ਜਿਹੜੇ ਨੇ ਉਹ ਪਾਰਟੀ ਦੇ ਕੋਲ ਆ ਗਏ ਨੇ ਕਿਉਂਕਿ ਕਰੋਨਾ ਕਰਕੇ ਜਿਹੜਾ ਪ੍ਰਚਾਰ ਹੈ ਉਹ ਵੀ ਡਿਜੀਟਲ ਢੰਗ ਦੇ ਨਾਲ ਹੋ ਰਿਹਾ। ਵੱਡੀਆਂ ਮੀਟਿੰਗਾਂ ਰੈਲੀਆਂ ਜਿਹੜੀਆਂ ਉਹ ਨਹੀਂ ਹੋ ਰਹੀਆਂ। ਪਾਰਟੀ ਜੇ ਆਪਣਾ ਕੋਈ ਪ੍ਰਚਾਰ ਵੀ ਕਰਨਾ ਚਾਹੁੰਦੀ ਇੰਨੇ ਸਾਰੇ ਫੋਨ ਨੰਬਰ ਵੀ ਆ ਗਏ। ਸੋ ਕਈ ਨਿਸ਼ਾਨੇ ਜਿਹੜੇ ਉਹਨਾਂ ਨੇ ਸਾਧ ਲਏ ਨੇ ਤੇ ਉਹ ਨਾਮ
ਵੀ ਉਹਨਾਂ ਦੇ ਕੋਲ ਆ ਗਿਆ, ਲੋਕਾਂ ਦੀ ਮਰਜ਼ੀ ਵੀ ਪਤਾ ਲੱਗ ਗਈ ਹੈ ਕਿ 22 ਲੱਖ ਲੋਕ ਜਿਹੜੇ ਨੇ ਉਹਨਾਂ ਨੇ ਕਿਸ ਤਰ੍ਹਾਂ ਦੀ ਰਾਏ ਪ੍ਰਗਟ ਕੀਤੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਅੱਜ ਐਲਾਨ ਕੀਤਾ ਜਾਏਗਾ, ਜਿਹਦੇ ਵਿੱਚ 99% ਤਾਂ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਦਾ ਨਾਂ ਜਿਹੜਾ ਉਹ ਸਾਹਮਣੇ ਲਿਆਂਦਾ ਜਾ ਸਕਦਾ ਹੈ। ਹੁਣ ਇਹਦੇ ਤੋਂ ਇਲਾਵਾ ਕੋਈ ਹੋਰ ਨਾਂ ਜੇ ਸਾਹਮਣੇ ਆਉਂਦਾ ਤੇ ਉਹ ਸੱਚਮੁੱਚ ਲੋਕਾਂ ਵਾਸਤੇ ਵੀ ਹੈਰਾਨੀਜਨਕ ਗੱਲ ਹੋਏਗੀ ਤੇ ਪਾਰਟੀ ਵਾਸਤੇ ਵੀ ਇਸ ਤਰ੍ਹਾਂ ਦੀ ਗੱਲ ਹੋਏਗੀ। ਤੇ ਅੱਜ ਪਰ ਉਹਨਾਂ ਵੱਲੋਂ ਦੁਪਹਿਰ ਵੇਲੇ ਚੰਡੀਗੜ੍ਹ ਦੇ ਵਿੱਚ ਕੇਜਰੀਵਾਲ ਹੋਰਾਂ ਵੱਲੋਂ ਐਲਾਨ ਕਰ ਦਿੱਤਾ ਜਾਣਾ ਹੈ ਜੀ। ਸੰਧੂ ਸਾਹਿਬ, ਦੂਜੇ ਪਾਸੇ ਕਾਂਗਰਸ ਦਾ ਸੀਐਮ ਉਮੀਦਵਾਰ ਕੌਣ ਹੋਏਗਾ, ਇਹਨੂੰ ਲੈ ਕੇ ਵੀ ਬੜੀ ਦਿਲਚਸਪੀ ਬਣੀ ਹੋਈ ਹੈ। ਜਿਹੜੀ ਇੱਕ ਸੋਨੂ ਸੂਦ ਵਾਲੀ ਵੀਡੀਓ ਜਾਰੀ ਕੀਤੀ ਗਈ ਪਾਰਟੀ ਵੱਲੋਂ, ਪਾਰਟੀ ਕੀ ਇਸ਼ਾਰਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ? ਵੇਖੋ, ਜੋ ਪਾਰਟੀ ਨੇ ਜਿਹੜੀ ਸੋਨੂ ਸੂਦ ਦੀ ਵੀਡੀਓ ਪਾਈ ਹੈ ਉਹਦਾ ਜੋ ਮਤਲਬ ਕੱਢਿਆ ਜਾ ਰਿਹਾ, ਉਹਦਾ ਮਤਲਬ ਤਾਂ ਇਹ ਹੈ ਕਿ ਉਹਦੇ ਵਿੱਚ ਮੁੱਖ ਮੰਤਰੀ ਜਿਹੜੇ ਆ ਉਹਦੇ ਵਜੋਂ ਚਰਨਜੀਤ ਸਿੰਘ ਚੰਨੀ ਦਾ ਫੇਸ ਹੀ ਸਾਹਮਣੇ ਲਿਆਂਦਾ ਗਿਆ, ਕਿਉਂਕਿ ਉਹਦੇ ਵਿੱਚ ਨਾ ਉਸ ਵੀਡੀਓ ਦੇ ਵਿੱਚ ਵੀਡੀਓ ਕਲਿੱਪ ਹੈ ਜਿਹੜਾ ਉਹਦੇ 'ਚ ਨਾ ਕਿਤੇ ਨਵਜੋਤ ਸਿੱਧੂ ਦਾ ਕੋਈ ਚਿਹਰਾ ਦਿਖਾਇਆ ਗਿਆ ਹੈ, ਨਾ ਸੁਨੀਲ ਜਾਖੜ ਦਾ ਦਿਖਾਇਆ ਗਿਆ, ਨਾ ਕਿਸੇ ਹੋਰ ਦਾ ਦਿਖਾਇਆ ਗਿਆ। ਕੁਝ ਸੈਕਿੰਡ ਦੀ ਜਿਹੜੀ ਹੈ ਉਹ ਵੀਡੀਓ ਹੈ। ਉਹਦੇ ਵਿੱਚ ਇੱਕ ਇਹ ਗੱਲ ਵੀ ਕੀਤੀ ਗਈ ਹੈ ਕਿ ਜਿਹੜਾ ਕੋਈ ਪਿੱਛੇ ਜਿਹਾ ਬੰਦਾ ਬੈਠਾ ਹੁੰਦਾ ਹੈ ਉਹਨੂੰ ਚੱਕ ਕੇ ਸਾਹਮਣੇ ਲਿਆਓ, ਉਹਨੂੰ ਮੁੱਖ ਮੰਤਰੀ ਬਣਾਓ ਤੇ ਉਹ ਇਤਿਹਾਸ ਬਦਲ ਸਕਦਾ ਹੈ, ਉਹ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਨੇ ਉਹ ਕਰ ਸਕਦਾ ਹੈ। ਔਰ ਜਿਹੜੇ ਲੋਕ ਪਹਿਲਾਂ ਗਿਣੇ ਮਿੱਥੇ ਢੰਗ ਦੇ ਨਾਲ ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਉਹ ਉਸ ਢੰਗ ਦੇ ਨਾਲ ਕੰਮ ਨਹੀਂ ਕਰ ਸਕਦੇ। ਜੇ ਪਿੱਛੋਂ ਕਿਸੇ ਨੂੰ ਚੁੱਕ ਕੇ ਅਸੀਂ ਅੱਗੇ ਲਿਆਉਂਦੇ ਹਾਂ ਤੇ ਉਹਨੂੰ ਇਹ ਕਹਿ ਦਈਏ ਕਿ ਤੁਸੀਂ ਡਿਜ਼ਰਵ ਕਰਦੇ ਹੋ, ਤੁਸੀਂ ਸੀਐਮ ਬਣੋ, ਇਸ ਤਰ੍ਹਾਂ ਦਾ ਸੀਐਮ ਬਣਨਾ ਚਾਹੀਦਾ, ਇਸ ਤਰ੍ਹਾਂ ਦਾ ਸੀਐਮ ਹੋਣਾ ਚਾਹੀਦਾ, ਤਾਂ ਉਹ ਦੇਸ਼ ਬਦਲ ਸਕਦਾ ਹੈ। ਉਸ ਵੀਡੀਓ ਦੇ ਵਿੱਚ ਸਿਰਫ ਇੰਨੀ ਗੱਲ ਕਹੀ ਗਈ ਹੈ। ਔਰ ਫਿਰ ਉਹਦੇ ਵਿੱਚ ਜਿਹੜੇ ਸ਼ਾਟ ਦਿਖਾਏ ਗਏ ਨੇ ਉਹ ਸਾਰੇ ਦੇ ਸਾਰੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨੇ। ਹੁਣ ਇਹ ਵੀਡੀਓ ਜਿਹੜੀ ਹੈ ਪਾਰਟੀ ਨੇ ਆਪ ਪਾਈ ਹੈ, ਆਪ ਪੋਸਟ ਕੀਤੀ ਹੈ ਉਹਨਾਂ ਨੇ, ਤੇ ਪਾਰਟੀ ਕੀ ਇਸ਼ਾਰਾ ਦੇਣਾ ਚਾਹੁੰਦੀ ਹੈ, ਪਰ ਇਹ ਗੱਲ ਇੰਨੀ ਸੌਖੀ ਅਜੇ ਪੰਜਾਬ ਦੇ ਵਿੱਚ ਨਾ ਮੈਨੂੰ ਲੱਗਦਾ ਲੱਗ ਨਹੀਂ ਰਹੀ। ਬੇਸ਼ੱਕ ਪਾਰਟੀ ਇਹਦੇ ਉੱਤੇ ਵਿਚਾਰ ਕਰ ਰਹੀ ਹੋਵੇ ਜਾਂ ਐਲਾਨ ਤਾਂ ਨਹੀਂ ਕਰਨਗੇ, ਲੱਗਦਾ ਇਸ ਤਰ੍ਹਾਂ ਹੀ ਹੈ ਕਿ ਚੋਣਾਂ ਤੋਂ ਬਾਅਦ ਹੀ ਕੋਈ ਫੈਸਲਾ ਹੋਏਗਾ। ਜਿਹੜਾ ਹੋਏਗਾ ਪਹਿਲਾਂ ਨਾਂ ਦਾ ਐਲਾਨ ਜਿਹੜਾ ਉਹ ਨਹੀਂ ਕਰ ਸਕਦੇ, ਕਿਉਂਕਿ ਇਸ ਘੜੀ ਦੇ ਮੌਕੇ ਉੱਤੇ ਜਿਸ ਵੇਲੇ ਕਿ ਵੋਟਾਂ ਦੇ ਵਿੱਚ ਕੁਝ ਦਿਨ ਰਹਿ ਗਏ ਨੇ, ਨਵਜੋਤ ਸਿੱਧੂ ਨੂੰ ਨਾਰਾਜ਼ ਕਰਨਾ, ਸੁਨੀਲ ਜਾਖੜ ਨੂੰ ਨਾਰਾਜ਼ ਕਰਨਾ, ਜਾਂ ਹੋਰ ਵੀ ਜਿਹੜੇ ਕੁਝ ਮਾੜੀ ਮੋਟੀ ਝਾਕ ਰੱਖੀ ਬੈਠੇ ਨੇ ਕਿ ਹੋ ਸਕਦਾ ਇਹਨਾਂ ਸਾਰਿਆਂ ਨੂੰ ਛੱਡ ਕੇ ਸਾਡਾ ਦਾ ਲੱਗ ਜਾਵੇ, ਉਹਨਾਂ ਸਾਰਿਆਂ ਨੂੰ ਨਾਰਾਜ਼ ਕਰਨਾ ਪਾਰਟੀ ਦੇ ਵੱਸ ਦੀ ਗੱਲ ਨਹੀਂ। ਕਿਉਂਕਿ ਕਿਸੇ ਇੱਕ ਨਾਂ ਦੇ ਉੱਤੇ ਪਾਰਟੀ ਦੇ ਵਿੱਚ ਸਰਬਸੰਮਤੀ ਜਿਹੜੀ ਬਣਦੀ ਉਹ ਨਜ਼ਰ ਨਹੀਂ ਆ ਰਹੀ। ਇਸ ਕਰਕੇ ਪਾਰਟੀ ਇਹਦੇ ਵਿੱਚ ਅਜੇ ਕੋਈ ਕਾਹਲੀ ਨਾਲ ਫੈਸਲਾ ਜਿਹੜਾ ਉਹ ਨਹੀਂ ਲੈ ਸਕਦੀ, ਕਿਉਂਕਿ ਨਵਜੋਤ ਸਿੱਧੂ ਜਿਹੜੇ ਨੇ ਉਹ ਵੀ ਪੂਰੇ ਦਮਖਮ ਦੇ ਨਾਲ ਸਾਹਮਣੇ ਆ ਰਹੇ ਨੇ। ਚਰਨਜੀਤ ਚੰਨੀ ਜਿਹੜੇ ਨੇ ਉਹ ਵੀ ਇਹ ਗੱਲ ਸਾਹਮਣੇ ਮਤਲਬ ਇਨਡਾਇਰੈਕਟ ਢੰਗ ਦੇ ਨਾਲ ਉਹ ਵੀ ਕਰ ਰਹੇ ਨੇ, ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਹੀ ਪੇਸ਼ ਕਰ ਰਹੇ ਨੇ ਅਗਲਾ। ਔਰ ਇਸ ਤਰ੍ਹਾਂ ਦੀਆਂ ਦਾਅਵੇਦਾਰੀਆਂ ਇਹਨਾਂ ਦੋਵਾਂ ਵੱਲੋਂ ਜ਼ਿਆਦਾ ਜਤਾਈਆਂ ਜਾ ਰਹੀਆਂ ਨੇ ਹਜੇ ਕਿ ਸੁਨੀਲ ਜਾਖੜ ਵੱਲੋਂ ਜਾਂ ਪ੍ਰਤਾਪ ਬਾਜਵਾ ਵੱਲੋਂ ਜਾਂ ਹੋਰਾਂ ਵੱਲੋਂ ਇਹਨਾਂ ਦੀ ਇੱਦਾਂ ਦੀਆਂ ਦਾਅਵੇਦਾਰੀਆਂ ਨਹੀਂ ਜਤਾਈਆਂ ਜਾ ਰਹੀਆਂ। ਪਰ ਪਾਰਟੀ ਦੇ ਵਾਸਤੇ ਇਹ ਮੁਸ਼ਕਲ ਕੰਮ ਹੈ, ਬਹੁਤ ਔਖਾ ਕਾਰਜ ਹੈ। ਵੋਟਾਂ ਤੋਂ ਪਹਿਲਾਂ ਤਾਂ ਕਿਸੇ ਵੀ ਹਾਲਤ ਦੇ ਵਿੱਚ ਪਾਰਟੀ ਜਿਹੜੀ ਹੈ ਨਾ ਉਹ ਸੀਐਮ ਫੇਸ ਦਾ ਐਲਾਨ ਨਹੀਂ ਕਰ ਸਕਦੀ। ਔਰ ਵਾਰ-ਵਾਰ ਕਿਹਾ ਵੀ ਜਾ ਰਿਹਾ ਹੈ ਸੀਨੀਅਰ ਲੀਡਰਸ਼ਿਪ ਵੱਲੋਂ, ਉਹਨਾਂ ਦੀ ਵੱਲੋਂ, ਕਿ ਸਾਡੇ ਵਿੱਚ ਇਸ ਤਰ੍ਹਾਂ ਦੀ ਪਰੰਪਰਾ ਹੀ ਨਹੀਂ ਹੈ, ਰਵਾਇਤ ਹੀ ਨਹੀਂ ਹੈ। ਸਿਰਫ ਇੱਕ ਵਾਰੀ ਕੈਪਟਨ ਅਮਰਿੰਦਰ ਦਾ ਨਾਂ ਜਿਹੜਾ ਉਹ ਐਲਾਨਿਆ ਗਿਆ ਸੀ। ਬਾਕੀ ਅਸੀਂ ਜਿਹੜੀ ਹੈ ਜਦੋਂ ਚੋਣਾਂ ਹੋ ਜਾਣਗੀਆਂ, ਜੇ ਸਾਡੇ ਕੋਲ ਬਹੁਮਤ ਹੁੰਦਾ ਹੈ ਤੇ ਫਿਰ ਅਸੀਂ ਫੈਸਲਾ ਕਰਾਂਗੇ ਕਿ ਮੁੱਖ ਮੰਤਰੀ ਕੌਣ ਬਣੇਗਾ। ਸੰਧੂ ਸਾਹਿਬ, ਹੁਣ ਨਵਜੋਤ ਸਿੱਧੂ ਬੜੀ ਵਾਰ ਇਹ ਗੱਲ ਕਹਿ ਚੁੱਕੇ ਨੇ, ਕਹਿੰਦੇ ਵੀ ਕੋਈ ਵੀ ਬਰਾਤ ਜਿਹੜੀ ਹੈ ਉਹ ਲਾੜੇ ਤੋਂ ਬਿਨਾਂ ਨਹੀਂ ਹੋ ਸਕਦੀ। ਸੋ ਕੀ ਜੇ ਨਾਮ ਨਾ ਅਨਾਊਂਸ ਕੀਤਾ ਗਿਆ ਉਹਨਾਂ ਦਾ ਤੇ ਫਿਰ ਉਹ ਕਿਤੇ ਜਿਵੇਂ ਬਰਾਤ ਵਿੱਚ ਫੁੱਫੜ ਨਾਰਾਜ਼ ਹੁੰਦਾ, ਕਿਤੇ ਉਹ ਫੁੱਫੜ ਤਾਂ ਨਹੀਂ ਬਣ ਜਾਣਗੇ? ਵੇਖੋ, ਹਜੇ ਤਾਂ ਉਹ ਨਾਰਾਜ਼ ਨਹੀਂ ਹੋਣਗੇ। ਉਹਦੇ ਇੱਕ ਦੋ ਕਾਰਨ ਨੇ ਵਾਸੂ ਜੀ। ਇਹ ਕਾਰਨ ਨੇ, ਇੱਕ ਤਾਂ ਇਹ ਹੈ ਕਿ ਜਿਸ ਢੰਗ ਦੇ ਨਾਲ ਟਿਕਟਾਂ ਵੰਡੀਆਂ ਗਈਆਂ ਨੇ ਪਾਰਟੀ ਦੀਆਂ, ਜੋ ਹੁਣ ਤੱਕ ਟਿਕਟਾਂ ਦੀ ਡਿਸਟਰੀਬਿਊਸ਼ਨ ਹੋਈ ਹੈ, ਉਹਦੇ ਵਿੱਚ ਨਵਜੋਤ ਸਿੱਧੂ ਦਾ ਜਿਹੜਾ ਹੱਥ ਹੈ ਨਾ ਉਹ ਉੱਤੇ ਜਾਪਦਾ ਹੈ। ਨਵਜੋਤ ਸਿੱਧੂ ਦੀ ਮਰਜ਼ੀ ਨੂੰ ਕਾਫੀ ਹੱਦ ਤੱਕ ਤਰਜੀਹ ਦਿੱਤੀ ਗਈ ਹੈ, ਮੰਨਿਆ ਗਿਆ ਉਹਨਾਂ ਦੀ ਗੱਲ ਨੂੰ। ਜਿੱਥੇ ਜਿੱਥੇ ਕਿਤੇ ਉਹਨਾਂ ਨੇ ਕਿਹਾ ਉਸ ਤਰ੍ਹਾਂ ਹੀ ਗੱਲ ਕੀਤੀ ਗਈ ਹੈ, ਔਰ ਉਹਨਾਂ ਉਮੀਦਵਾਰਾਂ ਨੂੰ ਟਿਕਟਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਇਸ ਕਰਕੇ ਸ਼ਾਇਦ ਨਵਜੋਤ ਸਿੱਧੂ ਇਸ ਢੰਗ ਦੇ ਨਾਲ ਵੀ ਚੱਲ ਰਹੇ ਨੇ ਕਿ ਜੇ ਕੱਲ੍ਹ ਨੂੰ ਉਹਨਾਂ ਦੇ ਹਮਾਇਤੀ ਜ਼ਿਆਦਾ MLA ਜਿੱਤ ਜਾਂਦੇ ਨੇ ਤੇ ਉਹਨਾਂ ਨੂੰ ਇਹ ਗੱਲ ਕਹਿਣ ਦੀ ਲੋੜ ਹੀ ਨਹੀਂ ਪਏਗੀ ਕਿ ਮੁੱਖ ਮੰਤਰੀ ਦਾ ਫੇਸ ਜਿਹੜਾ ਉਹ ਕੌਣ ਹੋਵੇ। ਹੁਣ ਇੱਕ ਪਾਸੇ ਮੁੱਖ ਮੰਤਰੀ ਚੰਨੀ ਦੇ ਬ੍ਰਦਰ ਆ ਜਿਹੜੇ ਉਹ ਮੈਡੀਕਲ ਲਾਈਨ ਦੇ ਵਿੱਚ ਸੀਗੇ, ਉੱਧਰੋਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ
ਤੇ ਉਹਨਾਂ ਨੇ ਵੀ ਟਿਕਟ ਦੇ ਉੱਤੇ ਦਾਅਵਾ ਜਤਾਇਆ ਸੀ, ਪਰ ਉਹਨਾਂ ਨੂੰ ਟਿਕਟ ਦਿਵਾਉਣ ਦੇ ਵਿੱਚ ਚਰਨਜੀਤ ਸਿੰਘ ਚੰਨੀ ਕਾਮਯਾਬ ਨਹੀਂ ਹੋਏ। ਦੂਜੇ ਪਾਸੇ ਆਮ ਆਦਮੀ ਪਾਰਟੀ ਛੱਡ ਕੇ ਆਏ ਸੀਗੇ ਵਿਧਾਇਕ ਜਗਤਾਰ ਸਿੰਘ ਜੱਗਾ, ਜਿਹੜੇ ਰਾਏਕੋਟ ਤੋਂ ਟਿਕਟ ਮੰਗਦੇ ਸੀ, ਉਹਨਾਂ ਦੀ ਜਗ੍ਹਾ ਵੀ ਨਵਜੋਤ ਸਿੱਧੂ ਦਾ ਜਿਹੜਾ ਬੰਦਾ ਸੀ ਉਸ ਨੂੰ ਟਿਕਟ ਮਿਲ ਗਈ। ਇੱਕ ਹੋਰ ਉਦਾਹਰਣ ਇਹਦੇ ਵਿੱਚ ਬੜੀ ਕਿ ਬਠਿੰਡਾ ਦਾ ਜਿਹੜਾ ਪੇਂਡੂ ਹਲਕਾ, ਉਹਦੇ ਤੋਂ ਉਸ ਇਲਾਕੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ, ਉਹਨਾਂ ਦਾ ਗੜ੍ਹ ਆ, ਉਹਨਾਂ ਦੀ ਕਾਫੀ ਚੱਲਦੀ ਹੈ, ਪਰ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਦੇ ਵਿਰੋਧੀ ਮਨਪ੍ਰੀਤ ਬਾਦਲ ਦੇ ਜਿਹੜੇ ਨੇ ਹਰਵਿੰਦਰ ਲਾਡੀ, ਉਸ ਨੂੰ ਟਿਕਟ ਉੱਥੇ ਦਿੱਤੀ ਗਈ ਹੈ ਜੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ। ਹਲਕਾ ਜਿਹੜਾ ਸੁਲਤਾਨਪੁਰ ਆ, ਉੱਥੋਂ ਰਾਣਾ ਗੁਰਜੀਤ ਦਾ ਬੇਟਾ ਜਿਹੜਾ ਉਹ ਟਿਕਟ ਮੰਗਦਾ ਸੀ, ਪਰ ਉਸ ਨੂੰ ਵੀ ਨਜ਼ਰਅੰਦਾਜ਼ ਕਰਕੇ ਉੱਥੋਂ ਜਿਹੜਾ ਨਵਜੋਤ ਸਿੱਧੂ ਦਾ ਬੰਦਾ ਆ ਉਸ ਨੂੰ ਹੀ ਟਿਕਟ ਦਿੱਤੀ ਗਈ ਹੈ। ਔਰ ਰਾਣਾ ਗੁਰਜੀਤ ਦਾ ਬੇਟਾ ਜਿਹੜਾ, ਹਾਲਾਂਕਿ ਉਹਨੇ ਐਲਾਨ ਕੀਤਾ ਕਿ ਮੈਂ ਆਜ਼ਾਦ ਰੂਪ ਦੇ ਵਿੱਚ ਚੋਣ ਲੜਾਂਗਾ, ਮੈਂ ਨਹੀਂ ਮਤਲਬ ਚੁੱਪ ਕਰਕੇ ਨਹੀਂ ਬੈਠ ਸਕਦਾ, ਪਰ ਉੱਥੋਂ ਵੀ ਉਹਦੀ ਜਿਹੜੀ ਨਵਜੋਤ ਸਿੱਧੂ ਦੀ ਗੱਲ ਮੰਨੀ ਗਈ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਜਿੱਥੇ ਨਵਜੋਤ ਸਿੱਧੂ ਦੀ ਗੱਲ ਮੰਨੀ ਗਈ ਹੈ ਔਰ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਹਜੇ ਕਿ ਰਾਣਾ ਗੁਰਜੀਤ ਜਿਹੜੇ ਆ, ਉਹਨਾਂ ਦਾ ਜ਼ਰੂਰ ਅੰਦਰ ਖਾਤੇ ਸਿੱਧੂ ਵਿਰੋਧ ਕਰਦੇ ਸੀ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਕਪੂਰਥਲਾ ਤੋਂ। ਔਰ ਇਸ ਤਰ੍ਹਾਂ ਕੁਝ ਹੋਰ ਮੰਤਰੀਆਂ ਨੂੰ ਵੀ ਟਿਕਟ ਦਿੱਤੀ ਗਈ ਹੈ ਜੀ। ਉਹ ਇਸ ਕਰਕੇ ਦਿੱਤੀ ਗਈ ਹੈ ਕਿ ਪਾਰਟੀ ਦੇ ਵਿੱਚ ਬਗਾਵਤ ਜਿਹੜੀ ਹੈ ਉਹ ਪੈਦਾ ਨਾ ਹੋਵੇ, ਬਗਾਵਤ ਨਾ ਵਧੇ। ਇਸ ਕਰਕੇ ਉਹਨਾਂ ਸਾਰਿਆਂ ਨੂੰ ਵੀ ਐਡਜਸਟ ਕੀਤਾ ਗਿਆ, ਕਿਉਂਕਿ ਉਹਦੇ ਵਿੱਚ ਕੁਝ ਕੈਪਟਨ ਦੇ ਬੰਦੇ ਆ ਜਿਹੜੇ ਕੈਪਟਨ ਦੇ ਹਮਾਇਤੀ ਆ, ਜਿਨ੍ਹਾਂ 'ਚ ਬਲਵੀਰ ਸਿੱਧੂ ਵੀ ਹੈ, ਗੁਰਪ੍ਰੀਤ ਕਾਂਗੜ ਵੀ ਹੈ, ਸ਼ਾਮ ਸੁੰਦਰ ਅਰੋੜਾ ਵੀ ਹੈ, ਸਾਧੂ ਸਿੰਘ ਧਰਮਸ਼ੌਦ ਕਿੰਨਾ ਪਿਛਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਰਹੇ ਸੀਗੇ, ਜਿਹੜੇ ਆਪਣੇ ਐਸਸੀ ਵਿਦਿਆਰਥੀਆਂ ਦੇ ਵਜ਼ੀਫੇ ਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਉੱਤੇ ਦੋਸ਼ ਲੱਗਦੇ ਰਹੇ ਕਿ ਕਿੰਨੀ ਜ਼ਿਆਦਾ ਘਪਲੇਬਾਜ਼ੀ ਹੋਈ, ਕਿੰਨਾ ਉਹਦੇ ਵਿੱਚ ਘਾਲਾ ਮਾਲਾ ਹੋਇਆ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਨਾਭਾ ਤੋਂ ਫੇਰ ਟਿਕਟ ਜਿਹੜੀ ਉਹ ਦਿੱਤੀ ਗਈ ਹੈ। ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ, ਤੇ ਪਰ ਕੁੱਲ ਮਿਲਾ ਕੇ ਜਿਹੜੀ ਹੁਣ ਤੱਕ ਸੂਚੀ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਇਹੀ ਲੱਗਦਾ ਹੈ ਕਿ ਨਵਜੋਤ ਸਿੱਧੂ ਦੇ ਬੰਦਿਆਂ ਨੂੰ ਜ਼ਿਆਦਾ ਐਡਜਸਟ ਕੀਤਾ ਗਿਆ ਮੁਕਾਬਲਤਨ ਚਰਨਜੀਤ ਸਿੰਘ ਚੰਨੀ ਦੇ। ਤੇ ਉਹਨੂੰ ਇਹ ਵੀ ਹੈ ਨਵਜੋਤ ਸਿੱਧੂ ਨੂੰ ਇਸ ਕਰਕੇ ਕੋਈ ਖਤਰਾ ਨਹੀਂ ਕਿ ਕੱਲ ਨੂੰ ਜੇ ਮੇਰੇ ਬੰਦੇ ਜ਼ਿਆਦਾ ਟਿਕਟਾਂ ਮਿਲੀਆਂ ਤੇ ਜ਼ਿਆਦਾ ਹੀ ਜਿੱਤਣਗੇ ਤੇ ਤਾਂ ਹੀ ਗੱਲ ਬਣੇਗੀ, ਤੇ ਫਿਰ ਉਹਨਾਂ ਨੂੰ ਦਾਅਵਾ ਜਿਤਾਉਣ ਦੀ ਲੋੜ ਨਹੀਂ ਪੈਗੀ। ਉਹ ਆਪਣੇ ਆਪ ਹੀ ਉਹਨਾਂ ਦੀ ਹਮਾਇਤ ਕਰ ਸਕਦੇ ਨੇ, ਉਹਨਾਂ ਦਾ ਨਾਂ ਸਾਹਮਣੇ ਲਿਆ ਸਕਦੇ ਨੇ। ਸੰਧੂ ਸਾਹਿਬ, ਹੁਣ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਦੀਆਂ ਪਾਰਟੀਆਂ ਦੇ ਵਿੱਚ ਦੁਬਾਰਾ ਤੋਂ ਸਹਿਮਤੀ ਹੋ ਗਈ ਜੀ, ਹੁਣ ਰਲ ਕੇ ਲੜਨਗੇ ਚੋਣਾਂ। ਮਸਲਾ ਸਿਰਫ ਸੀਟਾਂ ਦਾ ਸੀ ਔਰ ਚੋਣਾਂ ਦੇ ਵਿੱਚ ਸੀਟਾਂ ਦਾ ਹੀ ਮਸਲਾ ਹੁੰਦਾ, ਇਹਦੇ ਤੋਂ ਵੱਧ ਤੇ ਕੋਈ ਹੋਰ ਗੱਲ ਹੁੰਦੀ ਨਹੀਂ। ਪਿਛਲੀ ਗੱਲਾਂ ਜਿਹੜੀਆਂ ਨੇ ਸਾਰੀਆਂ ਉਹਦੇ ਬਾਰੇ ਲੋਕ ਜਾਣਦੇ ਹੀ ਨੇ ਕਿ ਪਹਿਲਾਂ ਇਹ ਕਹਿ ਰਹੇ ਸੀਗੇ ਕਿ ਸਾਡਾ ਜਿਹੜਾ ਸਾਡੀਆਂ ਜਥੇਬੰਦੀਆਂ ਨੇ ਇਹ ਗੈਰ ਸਿਆਸੀ ਨੇ, ਚੋਣਾਂ ਨਾਲ ਸਾਡਾ ਕੋਈ ਸੰਬੰਧ ਨਹੀਂ, ਸਿਆਸਤ ਨਾਲ ਸਾਡਾ ਕੋਈ ਸੰਬੰਧ ਨਹੀਂ। ਜਿੰਨੇ ਮੰਚ ਬਣੇ ਸੀ ਦਿੱਲੀ ਦੇ ਮੋਰਚਿਆਂ ਦੇ ਉੱਤੇ, ਉੱਥੇ ਕਿਸੇ ਸਿਆਸੀ ਨੇਤਾ ਨੂੰ ਸਾਹਮਣੇ ਆ ਕੇ ਬੋਲਣ ਨਹੀਂ ਸੀ ਦਿੱਤਾ ਜਾਂਦਾ, ਗੱਲ ਨਹੀਂ ਕਰਨ ਦਿੱਤੀ ਜਾਂਦੀ ਸੀ। ਔਰ ਹੁਣ ਬਲਬੀਰ ਸਿੰਘ ਰਾਜੇਵਾਲ, ਉਹਨਾਂ ਦੇ ਨਾਲ 22 ਸੰਗਠਨ ਨੇ ਪੰਜਾਬ ਦੇ, ਦੂਜੇ ਪਾਸੇ ਗੁਰਨਾਮ ਸਿੰਘ ਚੜੂਨੀ, ਉਹ ਵੀ ਆਪਣਾ ਪੰਜਾਬ ਦੇ ਵਿੱਚ ਆਧਾਰ ਰੱਖਦੇ ਨੇ। ਇਹ ਦੋਵੇਂ ਜਿਹੜੇ ਨੇ ਪਾਰਟੀਆਂ ਇਹ ਚੋਣਾਂ ਦੇ ਲਈ ਮੈਦਾਨ ਵਿੱਚ ਆ ਗਈਆਂ, ਚੋਣਾਂ ਲੜਨ ਵਾਸਤੇ। ਪਹਿਲਾਂ ਇਹਨਾਂ ਦਾ ਸਮਝੌਤਾ ਹੋਇਆ ਸੀ, ਪਰ ਜਦੋਂ ਗੁਰਨਾਮ ਸਿੰਘ ਚੜੂਨੀ ਦੇ ਧੜੇ ਨੂੰ ਸਿਰਫ 9 ਸੀਟਾਂ ਦੇਣ ਦਾ ਐਲਾਨ ਕੀਤਾ ਗਿਆ, 9 ਸੀਟਾਂ ਦੇਣ ਦੀ ਗੱਲ ਕੀਤੀ ਗਈ, ਤੇ ਇਸ ਗੱਲ ਤੋਂ ਗੁਰਨਾਮ ਸਿੰਘ ਚੜੂਨੀ ਗੁੱਸੇ ਹੋ ਗਏ। ਗੁੱਸੇ ਹੋ ਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜੇ ਮੇਰੀ ਗੱਲ ਨਾ ਮੰਨੀ ਗਈ ਤਾਂ ਅਸੀਂ ਆਪਣੇ ਤੌਰ ਦੇ ਉੱਤੇ ਸਾਰੀਆਂ ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕਰਾਂਗੇ। ਹੁਣ ਜੇ ਸਾਰੀਆਂ ਸੀਟਾਂ 'ਤੇ ਉਹ ਵੀ ਉਮੀਦਵਾਰ ਖੜੇ ਕਰਦੇ, ਉਹ ਵੀ ਖੜੇ ਕਰਦੇ, ਵੋਟਾਂ ਤਾਂ ਉਹੀ ਹੈ ਉਹਨਾਂ ਨੂੰ ਜਿਹੜੀਆਂ ਪੈਣੀਆਂ, ਕਿੰਨੀਆਂ ਕੁ ਪੈਂਦੀਆਂ ਇਹ ਤਾਂ ਸਮਾਂ ਦੱਸੇਗਾ। ਪਰ ਉਹ ਆਪਸ ਵਿੱਚ ਵੰਡੇ ਜਾਣ ਦਾ ਡਰ ਸੀਗਾ, ਜਿਸ ਕਰਕੇ ਉਹਨਾਂ ਨੇ ਫੇਰ ਆਪਸ ਵਿੱਚ ਬੈਠ ਕੇ ਸਮਝੌਤਾ ਕੀਤਾ ਕਿ ਸਾਨੂੰ ਮਿਲ ਕੇ ਚੱਲਣਾ ਚਾਹੀਦਾ ਹੈ। ਤੇ ਫਿਰ ਰਾਜੇਵਾਲ ਗਰੁੱਪ ਨੇ ਉਹਨਾਂ ਦੀਆਂ 9 ਸੀਟਾਂ ਵਧਾ ਕੇ 10 ਕਰ ਦਿੱਤੀਆਂ ਕਿ ਚਲੋ ਤੁਹਾਨੂੰ 10 ਸੀਟਾਂ ਦੇ ਦਿੰਦੇ ਹਾਂ। ਹੁਣ ਗੁਰਨਾਮ ਸਿੰਘ ਚੜੂਨੀ ਦਾ ਬਿਆਨ ਫੇਰ ਆਇਆ ਕਿ ਮੈਂ ਹੈ ਤਾਂ ਨਾਰਾਜ਼ ਹਾਂ, ਅਜੇ ਵੀ ਸਾਡੀ ਗੱਲ ਪੂਰੀ ਤਾਂ ਨਹੀਂ ਮੰਨੀ ਗਈ, ਪਰ ਕੋਈ ਗੱਲ ਨਹੀਂ, ਹੁਣ ਅਸੀਂ 10 ਸੀਟਾਂ ਦੇ ਉੱਤੇ ਹੀ ਚੋਣ ਲੜ ਲਵਾਂਗੇ, ਕਿਉਂਕਿ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਤੁਸੀਂ ਵੱਖ-ਵੱਖ ਹੋ ਕੇ ਨਾ ਲੜੋ, ਇਕੱਠੇ ਹੋ ਕੇ ਤੁਸੀਂ ਜਿਹੜੀਆਂ ਚੋਣਾਂ ਉਹ ਲੜੋ। ਹੁਣ ਤੱਕ 30 ਕੁ ਸੀਟਾਂ ਦਾ ਐਲਾਨ ਜਿਹੜਾ ਉਹ ਇਹਨਾਂ ਵੱਲੋਂ ਕੀਤਾ ਗਿਆ, ਬਾਕੀ ਸੀਟਾਂ ਦਾ ਐਲਾਨ ਕੁਝ 16 ਨੂੰ ਕੀਤਾ ਜਾਣਾ ਸੀ, ਉਸ ਨੂੰ ਫਿਰ ਅੱਗੇ ਪਾ ਦਿੱਤਾ, ਫਿਰ 17 ਨੂੰ ਕਿਹਾ ਗਿਆ, ਫਿਰ ਅੱਗੇ ਪਾ ਦਿੱਤਾ। ਹੁਣ ਉਹ ਕਦੋਂ ਐਲਾਨ ਹੁੰਦਾ ਤੇ ਕਦੋਂ ਉਹਨਾਂ ਸਾਰੀਆਂ ਸੀਟਾਂ ਦੇ ਉੱਤੇ
ਉਮੀਦਵਾਰ ਜਿਹੜੇ ਨੇ ਉਹ ਕਿਸਾਨਾਂ ਵੱਲੋਂ ਖੜੇ ਕੀਤੇ ਜਾਂਦੇ ਨੇ, ਕਦੋਂ ਉਹ ਆਪਣਾ ਚੋਣ ਪ੍ਰਚਾਰ ਕਰਦੇ ਨੇ। ਹਜੇ ਕਿ ਛੋਟੇ-ਮੋਟੇ ਪੱਧਰ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਚੋਣ ਮੀਟਿੰਗਾਂ ਜਾਂ ਚੋਣ ਰੈਲੀਆਂ ਜਾਂ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ, ਕਿਉਂਕਿ ਵੱਡੀਆਂ ਰੈਲੀਆਂ ਉੱਤੇ ਤਾਂ ਵੈਸੇ ਹੀ ਚੋਣ ਕਮਿਸ਼ਨ ਨੇ ਪਾਬੰਦੀ ਲਾਈ ਹੋਈ ਹੈ 22 ਤਰੀਕ ਤੱਕ। ਉਸ ਤੋਂ ਅੱਗੇ ਫਿਰ ਫੈਸਲਾ ਹੋਏਗਾ ਕੋਰੋਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਕਿ ਕੀ ਫਿਰ ਵੱਡੀਆਂ ਰੈਲੀਆਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਨਹੀਂ। ਪਰ ਚੋਣ ਕਮਿਸ਼ਨ ਨੇ ਇੰਨੀ ਇਜਾਜ਼ਤ ਦੇ ਦਿੱਤੀ ਹੈ ਕਿ ਤੁਸੀਂ ਨੁੱਕੜ ਮੀਟਿੰਗਾਂ ਕਰ ਸਕਦੇ ਹੋ, ਮੈਨ ਟੂ ਮੈਨ ਅਪਰੋਚ ਕਰ ਸਕਦੇ ਹੋ, ਘਰ ਘਰ ਜਾ ਕੇ ਪ੍ਰਚਾਰ ਕਰ ਸਕਦੇ ਹੋ। ਵੱਡੀਆਂ ਰੈਲੀਆਂ, ਵੱਡੇ ਚੋਣ ਜਲਸੇ ਜਿਹੜੇ ਨੇ ਉਹ ਹਾਲ ਦੀ ਘੜੀ ਤੁਸੀਂ ਨਹੀਂ ਕਰ ਸਕਦੇ। ਔਰ ਇਹ ਢੰਗ ਤਰੀਕਾ ਜਿਹੜਾ ਇਹ ਵੀ ਅਪਣਾਉਣ ਦੇ ਵਿੱਚ ਮੈਂ ਸਮਝਦਾ ਕਿ ਜਿਹੜੀਆਂ ਕਿਸਾਨਾਂ ਦੀਆਂ ਪਾਰਟੀਆਂ ਜਥੇਬੰਦੀਆਂ ਨੇ ਉਹ ਬਾਕੀ ਰਵਾਇਤੀ ਪਾਰਟੀਆਂ ਦੇ ਮੁਕਾਬਲੇ ਅਜੇ ਕਾਫੀ ਪਿਛੜ ਕੇ ਹੀ ਚੱਲ ਰਹੀਆਂ ਨੇ, ਕਿਉਂਕਿ ਬਹੁਤ ਸਾਰੇ ਹਲਕੇ ਨੇ ਜਿਨ੍ਹਾਂ ਦੇ ਵਿੱਚ ਅਜੇ ਤੱਕ ਉਹਨਾਂ ਦਾ ਕੋਈ ਜ਼ਿਕਰ ਹੀ ਨਹੀਂ ਹੋਇਆ ਕਿ ਇੱਥੋਂ ਉਹਨਾਂ ਦਾ ਉਮੀਦਵਾਰ ਕੌਣ ਹੈ ਜਾਂ ਉੱਥੇ ਕੌਣ ਖੜਾ ਹੈ ਜਾਂ ਉਹਨਾਂ ਨੇ ਵੋਟਰਾਂ ਤੱਕ ਕੋਈ ਅਪਰੋਚ ਕੀਤਾ ਹੋਵੇ। ਜਦੋਂ ਕਿ ਬਾਕੀ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ, ਖਾਸ ਕਰਕੇ ਅਕਾਲੀ ਦਲ ਹੈ, ਕਾਂਗਰਸ ਹੈ, ਭਾਰਤੀ ਜਨਤਾ ਪਾਰਟੀ ਹੈ, ਉਹ ਹੁਣ ਤੱਕ ਸ਼ਹਿਰਾਂ ਦੇ ਵਿੱਚ ਤਾਂ ਵੋਟਰਾਂ ਦੇ ਘਰਾਂ 'ਚ 2-2 3-3 ਚੱਕਰ ਲਾ ਕੇ ਜਾ ਚੁੱਕੇ ਨੇ। ਪਰ ਕਿਸਾਨ ਇਸ ਮਾਮਲੇ ਦੇ ਵਿੱਚ ਅਜੇ ਪਿਛੜ ਕੇ ਚੱਲ ਰਹੇ ਨੇ। ਹਜੇ ਇੱਕ ਹੀ ਗੱਲ ਇਹੀ ਇਹਨਾਂ ਦੀ ਹੋਈ ਹੈ ਕਿ ਪਹਿਲਾਂ ਇਕੱਠੇ ਹੋਏ, ਫਿਰ ਵੱਖ ਹੋ ਗਏ, ਤੇ ਹੁਣ ਫਿਰ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਕਿ ਅਸੀਂ ਮਿਲ ਕੇ ਚੋਣਾਂ ਲੜਾਂਗੇ। ਇਹਨਾਂ ਚੋਣਾਂ ਦਾ ਅੱਗੇ ਨਤੀਜਾ ਕੀ ਹੁੰਦਾ ਹੈ, ਕਿੰਨੇ ਉਮੀਦਵਾਰ ਖੜੇ ਕਰਦੇ ਨੇ, ਕਿੰਨੇ ਵੋਟ ਪੈਂਦੀ ਹੈ, ਇਹ ਆਉਣ ਵਾਲੇ ਦਿਨਾਂ ਵਿੱਚ ਅਸੀਂ ਦੇਖ ਸਕਦੇ ਹਾਂ। ਹੁਣ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਬੜਾ ਅਹਿਮ ਫੈਸਲਾ ਲਿਆ। ਉਹ ਕਹਿੰਦੇ ਵੀ ਜਿਹੜੇ 22 ਸੰਗਠਨ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਕਹਿੰਦੇ ਵੀ ਜਿਹੜੇ ਇਹ ਚੋਣਾਂ ਲੜ ਰਹੇ ਨੇ ਇਹਨਾਂ ਨੂੰ ਮੋਰਚੇ ਚੋਂ ਸਸਪੈਂਡ ਕੀਤਾ ਜਾ ਰਿਹਾ। ਬਿਲਕੁਲ ਵਾਸੂ ਜੀ, ਕੱਲ੍ਹ ਮੀਟਿੰਗ ਹੋਈ ਸੀ ਸੰਯੁਕਤ ਕਿਸਾਨ ਮੋਰਚੇ ਦੀ, ਔਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਪਹਿਲਾਂ ਤੋਂ ਹੀ ਇਹ ਕਹਿੰਦਾ ਆ ਰਿਹਾ ਹੈ ਕਿ ਸਾਡਾ ਜਿਹੜਾ ਮੋਰਚਾ ਆ ਇਹਦਾ ਸਿਆਸਤ ਦੇ ਨਾਲ ਕੋਈ ਸੰਬੰਧ ਨਹੀਂ ਹੈ। ਪਹਿਲਾਂ ਵੀ ਉਹਨਾਂ ਨੇ ਇਹੀ ਗੱਲ ਕੀਤੀ ਸੀ ਜਦੋਂ ਅਜੇ ਇਹਨਾਂ ਜਥੇਬੰਦੀਆਂ ਵੱਲੋਂ, ਪੰਜਾਬ ਦੀਆਂ ਵੱਲੋਂ ਚੋਣਾਂ ਲੜਨ ਦਾ ਐਲਾਨ ਨਹੀਂ ਕੀਤਾ ਗਿਆ ਸੀ। ਗੁਰਨਾਮ ਸਿੰਘ ਚੜੂਨੀ ਦੇ ਬਿਆਨ 1-2 ਵਾਰੀ ਆਏ ਸੀਗੇ, 1-2 ਮੀਟਿੰਗਾਂ ਦੇ ਵਿੱਚ ਵੀ ਸ਼ਾਮਲ ਹੋਏ ਸੀ। ਇੱਕ ਉਦਯੋਗਪਤੀਆਂ ਦੀ ਮੀਟਿੰਗ ਹੋਈ ਸੀ ਲੁਧਿਆਣਾ ਦੇ ਵਿੱਚ, ਉਦਯੋਗਪਤੀਆਂ ਨੇ ਇੱਕ ਆਪਣੀ ਪਾਰਟੀ ਬਣਾਈ ਸੀ। ਉਹਨਾਂ ਨੇ ਵੀ ਕਿਹਾ ਸੀ ਕਿ ਗੁਰਨਾਮ ਸਿੰਘ ਚੜੂਨੀ ਸਾਡਾ ਮੁੱਖ ਮੰਤਰੀ ਫੇਸ ਹੋਏਗਾ। ਉਸ ਵੇਲੇ ਗੁਰਨਾਮ ਸਿੰਘ ਚੜੂਨੀ ਮੰਚ ਤੇ ਹੀ ਬੈਠੇ ਸੀ, ਪਰ ਬਾਅਦ ਵਿੱਚ ਗੁਰਨਾਮ ਸਿੰਘ ਚੜੂਨੀ ਉਸ ਬਿਆਨ ਤੋਂ ਮੁੱਕਰ ਗਏ। ਉਸ ਵੇਲੇ ਵੀ ਸੰਯੁਕਤ ਕਿਸਾਨ ਮੋਰਚੇ ਨੇ ਇਹੀ ਗੱਲ ਕਹੀ ਸੀ ਕਿ ਜਿਨ੍ਹਾਂ ਲੋਕਾਂ ਨੇ ਸਿਆਸਤ ਦੇ ਰਾਹ ਜਾਣਾ ਹੈ, ਜਿਨ੍ਹਾਂ ਨੇ ਚੋਣਾਂ ਲੜਨੀਆਂ ਨੇ, ਵੋਟਾਂ ਵਾਲੇ ਪਾਸੇ ਜਾਣਾ ਹੈ, ਉਹਨਾਂ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੋਏਗਾ। ਔਰ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਫਿਰ ਗੁਰਨਾਮ ਸਿੰਘ ਚੜੂਨੀ ਤੇ ਬਲਵੀਰ ਸਿੰਘ ਰਾਜੇਵਾਲ ਦੀਆਂ 22 ਪਾਰਟੀਆਂ ਜਦੋਂ ਚੋਣ ਮੈਦਾਨ ਵਿੱਚ ਆ ਗਈਆਂ ਤੇ ਅਖੀਰ ਸੰਯੁਕਤ ਕਿਸਾਨ ਮੋਰਚੇ ਨੂੰ ਇਹ ਫੈਸਲਾ ਕਰਨਾ ਪਿਆ ਤੇ ਉਹਨਾਂ ਨੇ ਇਹਨਾਂ 22 ਸੰਗਠਨਾਂ ਨੂੰ ਮੋਰਚੇ ਵਿੱਚੋਂ 4 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਜੀ। ਔਰ ਇਸ ਤੋਂ ਬਾਅਦ ਫਿਰ ਇਹ ਫੈਸਲਾ ਹੋਏਗਾ ਕਿ ਉਹਨਾਂ ਦੇ ਭਵਿੱਖ ਦੇ ਬਾਰੇ ਕੀ ਫੈਸਲਾ ਕਰਨਾ ਹੈ। ਫਿਲਹਾਲ ਉਹਨਾਂ ਨੂੰ 4 ਮਹੀਨੇ ਲਈ ਸਸਪੈਂਡ ਕੀਤਾ ਗਿਆ। ਇਸ ਤੋਂ ਇਹਦੇ ਨਾਲ ਹੀ ਮਤਲਬ ਜਿਹੜਾ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਹੋਰ ਕਦਮ ਵੀ ਚੱਕਿਆ, ਇੱਕ ਹੋਰ ਅਹਿਮ ਫੈਸਲਾ ਕੀਤਾ ਹੈ ਕਿ 31 ਜਨਵਰੀ ਤੱਕ ਦਾ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਜਿਹੜੀਆਂ ਮੰਗਾਂ ਉਹਨਾਂ ਦੀਆਂ ਬਾਕੀ ਰਹਿ ਗਈਆਂ ਸੀ, ਜਿਨ੍ਹਾਂ ਦੇ ਵਿੱਚ ਜਿਹੜੇ ਕੁਝ ਕਿਸਾਨ ਮਾਰੇ ਗਏ ਨੇ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੈ, ਜਿਹੜੇ ਹਰਿਆਣਾ ਨਾਲ ਸੰਬੰਧਿਤ ਨੇ ਔਰ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਨੇ, ਕੁਝ ਰਾਜਸਥਾਨ ਨਾਲ ਸੰਬੰਧਿਤ ਨੇ, ਕਿ ਉਹਨਾਂ ਨੂੰ ਵੀ ਉਸੇ ਤਰਜ਼ ਦੇ ਉੱਤੇ ਮੁਆਵਜ਼ਾ ਦਿੱਤਾ ਜਾਵੇ ਜਿਸ ਤਰਜ਼ ਦੇ ਉੱਤੇ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ। ਦੂਜੀ ਗੱਲ ਸਭ ਤੋਂ ਵੱਡੀ ਇਹ ਸੀ ਕਿ MSP ਬਾਰੇ ਇੱਕ ਕਮੇਟੀ ਬਣਾਈ ਜਾਣੀ ਸੀ ਜਿਸ 'ਚ ਕਿਸਾਨਾਂ ਦੇ ਨੁਮਾਇੰਦੇ ਵੀ ਹੋਣੇ ਸੀ, ਸਰਕਾਰ ਦੇ ਵੀ। ਉਹ ਅਜੇ ਤੱਕ ਜਿਹੜੀ ਹੈ ਕਮੇਟੀ ਵੀ ਨਹੀਂ ਬਣਾਈ ਗਈ। ਸਿਰਫ ਇੱਕ ਪੱਤਰ ਕੇਂਦਰ ਸਰਕਾਰ ਵੱਲੋਂ 9 ਦਸੰਬਰ ਨੂੰ ਭੇਜਿਆ ਗਿਆ ਸੀ ਸੰਯੁਕਤ ਕਿਸਾਨ ਮੋਰਚੇ ਨੂੰ। ਮੋਰਚੇ ਦਾ ਕਹਿਣਾ ਕਿ ਉਹਦੇ ਤੋਂ ਬਾਅਦ ਇਸ ਮਾਮਲੇ 'ਚ ਕੁਝ ਵੀ ਨਹੀਂ ਹੋਇਆ। ਜੇ 31 ਮਾਰਚ ਤੱਕ ਸਾਡੀਆਂ ਮੰਗਾਂ ਦੇ ਉੱਤੇ ਕੇਂਦਰ ਸਰਕਾਰ ਗੌਰ ਨਹੀਂ ਕਰਦੀ ਤੇ ਅਸੀਂ ਉਹਦੇ ਤੋਂ ਬਾਅਦ ਫਿਰ ਆਪਣੀਆਂ ਮੰਗਾਂ ਦੇ ਹੱਕ ਵਿੱਚ ਅੰਦੋਲਨ ਜਿਹੜਾ ਉਹ ਛੇੜ ਦੇਵਾਂਗੇ। ਉਹਦੇ ਨਾਲ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਮਾਰੇ ਗਏ ਸੀ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ, ਔਰ ਖਾਸ ਕਰਕੇ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਉਹਨਾਂ ਦੇ ਵਿਰੁੱਧ ਕਾਰਵਾਈ ਦੀ ਗੱਲ, ਇਹ ਮੰਗਾਂ ਵੀ ਉਹਨਾਂ ਦੇ ਮੰਗਾਂ ਦੇ ਵਿੱਚ ਸ਼ਾਮਲ ਨੇ। ਔਰ ਇਹਨਾਂ ਸਾਰੀਆਂ ਦੇ ਉੱਤੇ ਅਮਲ ਵਾਸਤੇ 31 ਮਾਰਚ ਤੱਕ ਦਾ ਅਲਟੀਮੇਟਮ ਦੇ ਦਿੱਤਾ ਮੋਰਚੇ ਨੇ ਤੇ ਕਿਹਾ ਕਿ ਉਸ ਤੋਂ ਬਾਅਦ ਅਸੀਂ ਆਪਣਾ ਅੰਦੋਲਨ ਫੇਰ ਜਿਹੜਾ ਉਹ ਸ਼ੁਰੂ ਕਰ ਦੇਵਾਂਗੇ। ਜੋਗਿੰਦਰ ਸੰਧੂ ਜੀ, ਹੁਣ ਪੰਜਾਬ ਦੇ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਨੇ, ਮੈਂ ਤਾਂ ਕਹਾਂਗਾ ਕਿ ਭਾਰਤ ਦੇ ਕਿਸੇ ਵੀ ਰਾਜ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ, ਪੋਲੀਟੀਕਲ ਪਾਰਟੀਆਂ 'ਤੇ ਹਮੇਸ਼ਾ ਇਹ ਦੋਸ਼ ਲੱਗਦੇ ਨੇ ਕਿ ਵੋਟਰਾਂ ਨੂੰ ਲੁਭਾਉਣ ਲਈ ਉਹਨਾਂ ਵੱਲੋਂ ਨਸ਼ੇ ਵੰਡੇ ਜਾਂਦੇ ਨੇ, ਸ਼ਰਾਬ ਵੰਡੀ ਜਾਂਦੀ ਹੈ। ਪੰਜਾਬ ਦੇ ਵਿੱਚ ਵੀ ਪਿਛਲੇ 7 ਦਿਨਾਂ 'ਚ 39 ਕਰੋੜ ਦੇ ਨਸ਼ੇ ਤੇ 81 ਲੱਖ ਦੀ ਸ਼ਰਾਬ ਜਿਹੜੀ ਹੈ ਉਹ ਜ਼ਬਤ ਕੀਤੀ ਗਈ ਹੈ।
ਵਾਸੂ ਜੀ, ਪੰਜਾਬ ਦੇ ਵਿੱਚ ਜਾਂ ਬਾਕੀ ਸੂਬਿਆਂ ਦੀ ਆਪਾਂ ਚਲੋ ਗੱਲ ਨਾ ਵੀ ਕਰੀਏ, ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਹੁਣ ਤੱਕ ਜਿਹੜੀਆਂ ਅੱਜ ਤੋਂ ਪਹਿਲਾਂ ਚੋਣਾਂ ਹੁੰਦੀਆਂ ਰਹੀਆਂ ਨੇ, ਚਾਹੇ ਉਹ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੋਣ, ਚਾਹੇ ਅਸੈਂਬਲੀ ਦੀਆਂ ਚੋਣਾਂ ਹੋਣ, ਇੱਥੋਂ ਤੱਕ ਕਿ ਚਾਹੇ ਪੰਚਾਇਤ ਦੀਆਂ ਚੋਣਾਂ ਹੋਣ, ਕੌਂਸਲਰਾਂ ਦੀਆਂ ਚੋਣਾਂ ਹੋਣ, ਨਗਰ ਨਿਗਮ ਦੀਆਂ ਹੋਣ, ਨਗਰ ਸੁਧਾਰ ਕਮੇਟੀਆਂ ਦੀਆਂ ਹੋਣ, ਮਤਲਬ ਜਿੰਨੀਆਂ ਵੀ ਚੋਣਾਂ ਨੇ ਉਹਨਾਂ ਚੋਣਾਂ ਦੇ ਵਿੱਚ ਸ਼ਰਾਬ ਤੇ ਹੋਰ ਨਸ਼ੇ ਜਿਹੜੇ ਨੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ, ਸਥਾਨ ਰਿਹਾ ਉਹਨਾਂ ਦਾ। ਉਹਨਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਔਰ ਵਰਤੋਂ ਇਸ ਕਰਕੇ ਹੀ ਕੀਤੀ ਜਾਂਦੀ ਹੈ ਕਿ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾਵੇ, ਕਿਸੇ ਨੂੰ ਪੈਸੇ ਨਾਲ ਮਨਾਇਆ ਜਾਵੇ, ਕਿਸੇ ਨੂੰ ਪਿਆਰ ਨਾਲ ਮਨਾਇਆ ਜਾਵੇ, ਕਿਸੇ ਨੂੰ ਡੰਡੇ ਨਾਲ ਮਨਾਇਆ ਜਾਵੇ, ਕਿਸੇ ਨੂੰ ਨਸ਼ੇ ਨਾਲ ਮਨਾਇਆ ਜਾਵੇ ਔਰ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਜਿਹੜਾ ਵੀ ਕੋਈ ਬੰਦਾ ਜਿਹੜੇ ਵੀ ਕਿਸੇ ਵੀ ਮੁਹਾਜ ਤੋਂ ਜਿਹੜਾ ਚੋਣ ਲੜ ਰਿਹਾ ਹੁੰਦਾ, ਉਹਨਾਂ ਦਾ ਮਕਸਦ ਜਿਹੜਾ, ਚਾਹੇ ਉਹ ਪਾਰਟੀ ਹੈ ਚਾਹੇ ਇੰਡੀਵਿਜੂਅਲ ਹੈ, ਉਹਨਾਂ ਦਾ ਮਕਸਦ ਇਹੀ ਹੁੰਦਾ ਹੈ। ਔਰ ਇਹ ਗੱਲ ਜਿਹੜੀ ਹੈ ਇਹ ਸਰਕਾਰ ਨੂੰ ਵੀ ਪਤਾ ਹੈ ਤੇ ਚੋਣ ਕਮਿਸ਼ਨ ਨੂੰ ਵੀ ਪਤਾ ਹੈ, ਅਦਾਲਤਾਂ ਨੂੰ ਵੀ ਪਤਾ ਹੈ ਕਿ ਆਹ ਵਤੀਰਾ ਜਿਹੜਾ ਉਹ ਹੁੰਦਾ ਰਿਹਾ। ਪਿਛਲੇ ਦਿਨੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਜਿਹੜੀ ਆ ਉਠਾਈ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਡਰੱਗਸ ਹੈ ਤੇ ਹੋਰ ਨਸ਼ੇ ਇਹਨਾਂ ਦਾ ਮਾਮਲਾ ਬੜਾ ਗੰਭੀਰ ਹੈ। ਸਰਕਾਰ ਦੱਸੇ ਕਿ ਚੋਣਾਂ ਦੇ ਵਿੱਚ ਇਹਨਾਂ ਦੀ ਵਰਤੋਂ ਰੋਕਣ ਵਾਸਤੇ ਉਹਦੇ ਕੋਲ ਕੀ ਪ੍ਰਬੰਧ ਹੈ ਜਾਂ ਕੀ ਕਦਮ ਚੁੱਕਿਆ ਜਾ ਰਿਹਾ ਹੈ, ਕਿਸ ਢੰਗ ਦੇ ਨਾਲ ਨਸ਼ਿਆਂ ਨੂੰ ਲਗਾਮ ਲਾਈ ਜਾਵੇਗੀ ਤਾਂ ਕਿ ਨਸ਼ੇ ਜਿਹੜੇ ਨੇ ਉਹ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਨਾ ਕਰ ਸਕਣ ਜੀ। ਔਰ ਇਹ ਗੱਲ ਜਿਹੜੀ ਹੈ ਫਿਰ ਚੋਣ ਕਮਿਸ਼ਨ, ਕਿਉਂਕਿ ਇਸ ਵੇਲੇ ਸਾਰਾ ਕੁਝ ਦਾਰੋਮਦਾਰ ਜਿਹੜਾ ਉਹ ਚੋਣ ਕਮਿਸ਼ਨ ਦੇ ਹੱਥ ਵਿੱਚ ਹੈ। ਚੋਣ ਕਮਿਸ਼ਨ ਵੱਲੋਂ ਇਸ ਸਬੰਧ ਦੇ ਵਿੱਚ ਜਦੋਂ ਐਲਾਨ ਕੀਤਾ ਗਿਆ ਸੀ ਚੋਣਾਂ ਦਾ ਪੰਜਾਬ ਦੇ ਵਿੱਚ 8 ਜਨਵਰੀ ਨੂੰ, ਉਹਦੇ ਨਾਲ ਹੀ ਇਹ ਗੱਲ ਦੀ ਸਖਤੀ ਵੀ ਕੀਤੀ ਗਈ ਸੀ ਔਰ ਸਾਰੇ ਉੱਚ ਅਧਿਕਾਰੀਆਂ ਨੂੰ ਇਸ ਗੱਲ ਦੀ ਤਾਇਦ ਕੀਤੀ ਗਈ ਸੀ ਕਿ ਉਹ ਇਸ ਗੱਲ ਨੂੰ ਲਗਾਮ ਲਾਉਣ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਆ ਉਹਨਾਂ ਦਾ ਪ੍ਰਚਲਨ ਜਿਹੜਾ ਵਰਤੋਂ ਆ ਉਹਨਾਂ ਦੀ ਉਹ ਘਟੇ ਔਰ ਉਹ ਚੋਣਾਂ ਨੂੰ ਪ੍ਰਭਾਵਿਤ ਨਾ ਕਰ ਸਕਣ। ਇਸ ਯਤਨ ਦੇ ਅਧੀਨ ਹੁਣ ਤੱਕ ਲਗਭਗ ਇੱਕ ਹਫ਼ਤੇ ਦੇ ਵਿੱਚ ਇਹ ਜਿਹੜਾ 39 ਕਰੋੜ ਦਾ ਆਪਾਂ ਕਹਿ ਸਕਦੇ ਹਾਂ, ਹੋ ਸਕਦਾ ਕੁਛ ਇਹਦੇ ਤੋਂ ਆਸੇ-ਪਾਸੇ ਵੀ ਚੀਜ਼ ਰਹਿ ਗਈ ਹੋਵੇ ਤੇ 39-40 ਕਰੋੜ ਦਾ ਅੰਕੜਾ ਜਿਹੜਾ ਉਹ ਬਹੁਤ ਛੋਟਾ ਨਹੀਂ ਹੁੰਦਾ, ਬਹੁਤ ਵੱਡਾ ਹੁੰਦਾ ਹੈ। 7 ਦਿਨਾਂ ਦੇ ਵਿੱਚ ਇੰਨੇ ਵੱਡੀ ਮਾਤਰਾ ਦੇ ਵਿੱਚ ਨਸ਼ੇ ਬਰਾਮਦ ਕਰਨੇ ਔਰ 81 ਲੱਖ ਰੁਪਏ ਦੀ ਸ਼ਰਾਬ ਜਿਹੜੀ ਹੈ 2,72,000 ਲੀਟਰ ਉਹ ਬਰਾਮਦ ਕਰਨੀ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਬੜਾ ਸਵਾਲੀਆ ਚਿੰਨ੍ਹ ਹੈ ਇਹ ਚੋਣਾਂ ਦੇ ਉੱਤੇ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ। ਇਹਦੇ ਤੋਂ ਇਲਾਵਾ ਕੁਝ ਨਕਦੀ ਵੀ ਫੜੀ ਗਈ, ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੈਸਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਔਰ ਖਾਸ ਕਰਕੇ ਜਿਸ ਦਿਨ ਪੋਲਿੰਗ ਹੋਣੀ ਹੁੰਦੀ ਹੈ ਉਹ ਤੋਂ 1-2 ਦਿਨ ਪਹਿਲਾਂ ਤਾਂ ਫਿਰ ਇਹ ਕੰਮ ਹੀ ਰਹਿ ਜਾਂਦਾ ਧੜਾ ਧੜ ਕਿ ਨੋਟ ਵੰਡ ਕੇ ਕਿ ਕਿੰਨੀਆਂ ਵੋਟਾਂ ਨੇ ਤੁਹਾਡੀਆਂ ਤੇ ਪ੍ਰਤੀ ਵੋਟ ਕਿੰਨੇ ਪੈਸੇ ਦੇਣੇ ਨੇ, ਤੇ ਉਹ ਪੈਸੇ ਦੇ ਕੇ ਕਈਆਂ ਨੂੰ ਸਿਲੰਡਰ ਦਿੱਤੇ ਜਾਂਦੇ ਨੇ, ਕਈਆਂ ਨੂੰ ਕੱਪੜੇ ਦਿੱਤੇ ਜਾਂਦੇ ਨੇ, ਕਈਆਂ ਨੂੰ ਕੁਛ ਦਿੱਤਾ ਜਾਂਦਾ ਹੈ, ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੇ ਕੇ ਉਹਨਾਂ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿਆਸੀ ਪਾਰਟੀਆਂ ਜਿਹੜੀਆਂ ਉਹ ਮੈਰਿਟ ਦੇ ਆਧਾਰ ਉੱਤੇ ਚੋਣ ਘੱਟ ਲੜਦੀਆਂ ਨੇ ਤੇ ਇਸ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਜ਼ਿਆਦਾ ਚੋਣਾਂ ਜਿਹੜੀਆਂ ਉਹ ਲੜਦੀਆਂ ਨੇ। ਚੋਣ ਕਮਿਸ਼ਨ ਵੱਲੋਂ ਇਸ ਸਬੰਧ ਦੇ ਵਿੱਚ ਜਿਹੜੇ ਕਦਮ ਚੁੱਕੇ ਗਏ ਨੇ ਉਹਨਾਂ ਬਾਰੇ ਕਰੁਣਾ ਰਾਜੂ ਜਿਹੜੇ ਮੁੱਖ ਚੋਣ ਅਫਸਰ ਨੇ ਸੂਬੇ ਦੇ, ਉਹਨਾਂ ਦੱਸਿਆ ਕਿ 2222 ਲੋਕਾਂ ਦੀ ਪਛਾਣ ਕੀਤੀ ਗਈ ਹੈ ਪੰਜਾਬ 'ਚ ਕਿ ਇਹ 2222 ਲੋਕ ਨੇ ਜਿਹੜੇ ਗੜਬੜ ਕਰ ਸਕਦੇ ਨੇ, ਜਿਹੜੇ ਨਸ਼ਿਆਂ ਦਾ, ਪੈਸੇ ਦਾ, ਹੋਰ ਜਿਹੜੇ ਆ ਚੋਣਾਂ ਦੇ ਵਿੱਚ ਸਰਗਰਮ ਨੇ, ਚਾਹੇ ਉਹ ਕਿਸੇ ਪਾਰਟੀ ਵੱਲੋਂ ਚਾਹੇ ਉਹ ਕਿਸੇ ਪਾਰਟੀ ਵੱਲੋਂ। ਹੁਣ ਇੱਕ ਗੱਲ ਤਾਂ ਇਹ ਹੈ ਕਿ ਪਾਰਟੀਆਂ ਦੀ ਸਰਕਾਰ ਹੁੰਦੀ ਹੈ, ਸਰਕਾਰ ਦੇ ਅਧੀਨ ਅਫਸਰ ਹੁੰਦੇ ਨੇ ਤੇ ਫਿਰ ਸਾਰੀਆਂ ਪਾਰਟੀਆਂ ਹੀ ਇਸ ਹਮਾਮ 'ਚ ਲੰਘੀਆਂ ਨੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਇੱਕ ਪਾਰਟੀ ਵੱਲੋਂ ਨਸ਼ਿਆਂ ਦੀ ਵਰਤੋਂ ਜਿਹੜੀ ਹੈ ਉਹ ਕਰਵਾਈ ਜਾ ਰਹੀ ਜਾਂ ਕੀਤੀ ਜਾ ਰਹੀ ਹੈ। ਸਾਰੀਆਂ ਪਾਰਟੀਆਂ ਇਸ ਹਮਾਮ ਦੇ ਵਿੱਚ ਲੰਘੀਆਂ ਨੇ। 894 ਲੋਕਾਂ ਦੇ ਉੱਤੇ ਤਾਂ ਹੁਣ ਤੱਕ ਜਿਹੜੀ ਹੈ ਉਹ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ, ਉਹਨਾਂ ਦੇ ਖਿਲਾਫ ਪਰਚੇ ਦਰਜ ਹੋ ਚੁੱਕੇ ਨੇ, ਬਕਾਇਦਾ ਉਹਨਾਂ ਦੇ ਖਿਲਾਫ ਰਿਪੋਰਟਾਂ ਦਰਜ ਹੋ ਚੁੱਕੀਆਂ ਨੇ, ਫੜਿਆ ਜਾ ਚੁੱਕਾ ਉਹਨਾਂ ਨੂੰ। ਪਰ ਸਵਾਲ ਇਹ ਹੈ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਯਤਨਾਂ ਨਾਲ, ਇਸ ਤਰ੍ਹਾਂ ਦੇ ਕਦਮਾਂ ਨਾਲ ਸੱਚਮੁੱਚ ਜਿਹੜੀਆਂ ਚੋਣਾਂ ਨੇ ਉਹ ਨਿਰਪੱਖ ਢੰਗ ਦੇ ਨਾਲ ਜਾਂ ਸਾਫ਼ ਸੁਥਰੇ ਢੰਗ ਦੇ ਨਾਲ ਹੋ ਸਕਣਗੀਆਂ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਨੇ, ਕੁਝ ਸੰਵੇਦਨਸ਼ੀਲ ਇਲਾਕੇ ਨੇ, ਜ਼ਿਲ੍ਹੇ ਨੇ, ਤਹਿਸੀਲਾਂ ਨੇ, ਪਿੰਡ ਨੇ ਜਿਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਕਿ ਇਸ ਇਲਾਕਿਆਂ ਦੇ ਵਿੱਚ ਇਹਨਾਂ ਥਾਵਾਂ ਦੇ ਉੱਤੇ ਜ਼ਿਆਦਾ ਸਖਤੀ ਕਰਨੀ ਚਾਹੀਦੀ ਹੈ। ਬਹੁਤ ਸਾਰੇ ਨਜਾਇਜ਼ ਹਥਿਆਰ ਵੀ ਫੜੇ ਗਏ ਨੇ, ਹਾਲਾਂਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਕੋਲ ਲਾਇਸੈਂਸੀ ਹਥਿਆਰ ਨੇ, ਪਰ ਇਹਦੇ ਨਾਲ ਨਾਲ ਨਜਾਇਜ਼ ਹਥਿਆਰ ਜਿਹੜੇ ਨੇ ਉਹ ਵੀ ਫੜੇ ਗਏ ਨੇ। ਸੋ ਇਸ ਸਾਰੀ ਮਤਲਬ ਜਿਹੜੀ ਕਵਾਇਦ ਹੈ ਇਹਦੇ ਉੱਤੇ ਚੋਣ ਕਮਿਸ਼ਨਰ ਜਿਹੜਾ ਪੰਜਾਬ ਦਾ ਉਹ ਹੀ ਹਜੇ ਨਜ਼ਰ ਰੱਖ ਰਿਹਾ ਔਰ ਇਹਦੇ ਵਾਸਤੇ ਬਾਹਰਲੇ ਸੂਬਿਆਂ ਤੋਂ ਵੀ ਜਿਹੜੀ ਫੋਰਸ ਹੈ ਉਹ ਮੰਗਾਈ ਗਈ ਹੈ ਤਾਂ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ। ਜੀ
ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਾ ਹੋਵੇ। ਇਹਦੇ 'ਚ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ, ਉੱਥੋਂ ਦੀ ਪੁਲਿਸ ਜਿਹੜੀ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਡਿਊਟੀ ਵੀ ਪੰਜਾਬ ਦੇ ਵਿੱਚ ਲਾਈ ਗਈ ਹੈ। ਔਰ ਡੀਜੀਪੀ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਗਈ ਹੈ ਕਿ ਇਸ ਸੰਬੰਧ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਜਿਹੜੀ ਹੈ ਉਹ ਨਹੀਂ ਵਰਤੀ ਜਾਣੀ ਚਾਹੀਦੀ। ਸੰਧੂ ਸਾਹਿਬ, ਆਪਣੀ ਅੱਜ ਦੀ ਇਸ ਗੱਲਬਾਤ ਤੋਂ ਪਹਿਲਾਂ ਅਸੀਂ ਡਾਕਟਰ ਅਮਰਜੀਤ ਸਿੰਘ ਭੁੱਲਰ ਨਾਲ ਗੱਲਬਾਤ ਕਰ ਰਹੇ ਸੀ। ਉਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੈਂਡੈਮਿਕ ਦੌਰਾਨ ਅਮੀਰ ਤੇ ਗਰੀਬ ਵਿਚਲਾ ਜਿਹੜਾ ਫਰਕ ਹੈ ਉਹ ਬਹੁਤ ਵਧਿਆ ਤੇ ਇਹ ਸਾਰੇ ਵਿਸ਼ਵ ਵਿੱਚ ਹੀ ਅਜਿਹਾ ਹੋਇਆ ਤੇ ਪੰਜਾਬ ਤੋਂ ਵੀ, ਭਾਰਤ ਤੋਂ ਵੀ ਜਿਹੜੇ ਅੰਕੜੇ ਆ ਰਹੇ ਨੇ ਉਹਨਾਂ ਵਿੱਚ ਇਹੀ ਗੱਲ ਸਾਫ਼ ਹੁੰਦੀ ਹੈ ਕਿ ਕੋਵਿਡ-19 ਦੌਰਾਨ ਪੂਰੇ ਮੁਲਕ ਵਿੱਚ, ਭਾਰਤ ਵਿੱਚ 84% ਪਰਿਵਾਰਾਂ ਦੀ ਜਿਹੜੀ ਕਮਾਈ ਘਟੀ ਹੈ, ਪਰ ਅਰਬਪਤੀਆਂ ਦੀ ਜੇ ਸੰਖਿਆ ਵੇਖੀ ਜਾਵੇ ਉਹ 102 ਤੋਂ ਵੱਧ ਕੇ 142 ਹੋ ਗਈ। ਬੜੀ ਹੈਰਾਨੀਜਨਕ ਗੱਲ ਹੈ ਵਾਸੂ ਜੀ ਕਿ ਕਾਰੋਬਾਰ ਜਿਹੜੇ ਨੇ ਸਾਰੇ ਉਹ ਪ੍ਰਭਾਵਿਤ ਹੋਏ। ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ, ਦੁਕਾਨਾਂ ਛੋਟੀਆਂ ਮੋਟੀਆਂ ਬੰਦ ਹੋ ਗਈਆਂ, ਕਰਫਿਊ ਲੱਗਦੇ ਰਹੇ, ਲੋਕਡਾਊਨ ਲੱਗਦੇ ਰਹੇ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਗਰੀਬ ਪਰਿਵਾਰ ਸੀ ਜਾਂ ਮੱਧਮ ਵਰਗ ਦੇ ਜਿਹੜੇ ਪਰਿਵਾਰ ਸੀ, ਨੌਕਰੀ ਪੇਸ਼ਾ ਲੋਕ ਸੀ ਜਾਂ ਛੋਟੇ ਮੋਟਾ ਕਾਰੋਬਾਰ ਕਰਨ ਵਾਲੇ, ਕਿੱਤੇ ਕਰਨ ਵਾਲੇ ਲੋਕ ਸੀ ਜਿਹੜੇ ਜੀ, ਉਹਨਾਂ ਦੀ ਕਮਾਈ ਜਿਹੜੀ ਸੀ ਉਹ ਘਟ ਗਈ। ਉਹਨਾਂ ਵਾਸਤੇ ਰੋਜੀ ਰੋਟੀ ਦਾ ਸੰਕਟ ਪੈਦਾ ਹੋ ਗਿਆ, ਖਾਣ ਪੀਣ ਦਾ ਸੰਕਟ ਪੈਦਾ ਹੋ ਗਿਆ। ਖਾਸ ਕਰਕੇ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਬੜੀ ਔਖੀ ਸਥਿਤੀ ਦੇ ਵਿੱਚੋਂ ਲੰਘਣਾ ਪਿਆ ਪਿਛਲੇ ਸਮੇਂ ਦੇ ਵਿੱਚ, ਉਹ ਅਸੀਂ ਦੇਖਦੇ ਰਹੇ ਹਾਂ। ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਦੌਰਾਨ ਜਿਹੜੇ ਅਰਬਪਤੀ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ 102 ਤੋਂ ਵੱਧ ਕੇ 142 ਹੋ ਗਈ। ਇੱਕ ਸੰਗਠਨ ਹੈ ਆਕਸਫੈਮ ਇੰਡੀਆ, ਗੈਰ ਸਰਕਾਰੀ ਸੰਗਠਨ ਹੈ, NGO ਹੈ, ਉਹਨਾਂ ਨੇ ਅੰਕੜੇ ਇਕੱਠੇ ਕੀਤੇ ਨੇ। ਇਹ ਰਿਪੋਰਟ ਉਹਨਾਂ ਵੱਲੋਂ ਦਿੱਤੀ ਗਈ ਹੈ ਕਿ 84% ਪਰਿਵਾਰਾਂ ਦੀ ਆਮਦਨ ਵਿੱਚ ਤਾਂ ਗਿਰਾਵਟ ਆਈ ਹੈ। ਸਾਲ 2021 ਨੂੰ ਆਧਾਰ ਮੰਨਿਆ ਗਿਆ ਇਹਦਾ, ਤੇ ਅਰਬਪਤੀਆਂ ਦੀ ਜਿਹੜੀ ਗਿਣਤੀ ਹੈ ਉਹ ਵਧੀ ਗਈ ਹੈ। ਔਰ ਇੱਥੇ ਕਿਸ ਤਰ੍ਹਾਂ ਦੇ ਨਾਲ ਕੰਮ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਦੇ ਨਾਲ ਢੰਗ ਤਰੀਕਾ ਜਿਹੜਾ ਉਹ ਵਰਤਿਆ ਜਾਂਦਾ, ਉਹ ਆਪਾਂ ਨੂੰ ਇਸ ਗੱਲ ਤੋਂ ਹੀ ਜ਼ਾਹਰ ਹੋ ਜਾਂਦਾ ਹੈ। ਕਿਉਂਕਿ ਜਿਹੜਾ ਸਰਮਾਏਦਾਰ ਤਬਕਾ, ਜਿਹੜਾ ਸਰਮਾਏਦਾਰ ਤਬਕੇ ਦੇ ਕੋਲ ਹੀ ਵੱਡੇ ਵੱਡੇ ਠੇਕੇ, ਵੱਡੇ ਵੱਡੇ ਪ੍ਰੋਜੈਕਟ, ਪੈਸੇ ਦਾ ਲੈਣ ਦੇਣ, ਸਾਰਾ ਕਾਰੋਬਾਰ ਜਿਹੜਾ ਬਹੁਤਾ ਵੱਡਾ ਦਾਰੋਮਦਾਰ ਉਹਨਾਂ ਦੇ ਹੱਥਾਂ ਵਿੱਚ ਹੀ ਹੁੰਦਾ ਹੈ। ਔਰ ਹਰ ਗੱਲ ਤੋਂ ਉਹ ਜਿਹੜਾ ਉਹ ਕਮਾਈ ਕਰ ਰਹੇ ਨੇ ਆਪਣੀ। ਇਸ ਕਰਕੇ ਬਾਕੀ ਲੋਕਾਂ ਦੀ ਜਿਹੜੀ ਸਥਿਤੀ ਹੈ ਉਹ ਭਾਵੇਂ ਹੇਠਾਂ ਨੂੰ ਨਿਕਲਦੀ ਜਾ ਰਹੀ ਹੈ, ਪਰ ਉਹਨਾਂ ਦੀ ਆਮਦਨੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਔਰ ਗਰੀਬ ਪਰਿਵਾਰਾਂ ਦੇ ਕੋਲ ਤਾਂ ਹੱਥ ਦੇ ਵਿੱਚ ਹੀ ਰੁਜ਼ਗਾਰ ਹੁੰਦਾ, ਜਿਹੜਾ ਉਹਨਾਂ ਕੋਲ ਜਦੋਂ ਖੁੱਸ ਜਾਂਦਾ ਉਹਨਾਂ ਦੀ ਆਮਦਨੀ ਘੱਟ ਜਾਂਦੀ। ਪਰ ਇਹਨਾਂ ਲੋਕਾਂ ਦੇ ਘਰ ਬੈਠੇ ਬਿਠਾਇਆ ਜਿਹੜੇ ਨੇ ਉਹ ਕਾਰੋਬਾਰ ਵੀ ਚੱਲਦੇ ਰਹਿੰਦੇ ਨੇ, ਅਦਾਰੇ ਵੀ ਚੱਲਦੇ ਰਹਿੰਦੇ ਨੇ, ਔਰ ਉਹ ਅੱਗੇ ਤੋਂ ਅੱਗੇ ਮਲਟੀਪਲਾਈ ਜਿਹੜਾ ਉਹਨਾਂ ਦਾ ਪੈਸੇ ਨੂੰ ਕਮਾਉਂਦਾ ਮਲਟੀਪਲਾਈ ਹੁੰਦਾ। ਸਰਕਾਰਾਂ ਵੀ ਜਿਹੜੀਆਂ ਨੇ ਉਹ ਇਹਨਾਂ ਦੀ ਇਹੋ ਜਿਹੇ ਅਦਾਰਿਆਂ ਦੀ ਜਾਂ ਵੱਡੇ ਉਦਯੋਗਪਤੀਆਂ, ਅਰਬਪਤੀਆਂ ਦੀ ਪੁਸ਼ਤ ਪਨਾਹੀ ਕਰਦੀਆਂ ਨੇ, ਉਹਨਾਂ ਦੇ ਸਿਰ 'ਤੇ ਹੀ ਹੱਥ ਰੱਖਦੀਆਂ ਨੇ ਔਰ ਉਹਨਾਂ ਨੂੰ ਉਭਾਰਿਆ ਜਾਂਦਾ, ਕਿਉਂਕਿ ਉਹਨਾਂ ਨਾਲ ਹੀ ਉਹਨਾਂ ਦਾ ਲੈਣ ਦੇਣ ਹੁੰਦਾ। ਹੁਣ ਚੋਣਾਂ ਦੇ ਵਿੱਚ ਬੜੇ ਵੱਡੇ ਫੰਡ ਜਿਹੜੇ ਨੇ ਉਹ ਪਾਰਟੀਆਂ ਤੋਂ ਪ੍ਰਾਪਤ ਹੁੰਦੇ ਆ। ਸਿਆਸੀ ਪਾਰਟੀਆਂ ਨੂੰ ਜਿਹੜੇ ਵੱਡੇ ਉਦਯੋਗਪਤੀ ਨੇ, ਕਾਰੋਬਾਰੀ ਨੇ, ਉਹਨਾਂ ਤੋਂ ਮਿਲਦਾ। ਇਸ ਕਰਕੇ ਜਿਹੜੇ ਕਾਨੂੰਨ ਨੇ ਜਾਂ ਜਿਹੜੀਆਂ ਸੁੱਖ ਸਹੂਲਤਾਂ ਨੇ ਜਾਂ ਜੋ ਕੁਝ ਵੀ ਢਾਂਚਾ ਹੈ ਸਾਡਾ ਜਿਹੜਾ ਦੇਸ਼ ਦਾ, ਉਹ ਉਹਨਾਂ ਦੇ ਪੱਖ ਵਿੱਚ ਜ਼ਿਆਦਾ ਭੁਗਤਦਾ ਹੈ। ਔਰ ਇਸ ਗੱਲ ਤੋਂ ਹੀ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਜਿੱਥੇ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਰਹੇ ਨੇ ਉੱਥੇ ਉਹਨਾਂ ਦੀ ਆਮਦਨੀ ਜਿਹੜੀ ਆ ਉਹ ਦਿਨ ਰਾਤ ਵੱਧਦੀ ਰਹੀ ਹੈ। ਸੰਧੂ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਅੱਜ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਬਹੁਤ ਜਲਦ ਗੱਲਬਾਤ ਹੋਏਗੀ ਜੀ। ਠੀਕ ਹੈ ਜੀ ਵਾਸੂ ਜੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।